ਟਾਈਟਲਸ ਕਿਹੜੇ ਹੋਣੇ ਚਾਹੀਦੇ ਨੇ, ਕਿਹੜੇ ਹੈਗੇ ਨੇ, ਸਾਨੂੰ ਮੈਨੂੰ ਨਹੀਂ ਪਤਾ। ਮੈਂ ਉਹ ਲੱਭ ਕੇ ਲਈ ਹੁਣ ਅੱਜ ਦੀ ਤਰੀਕ 'ਚ ਤੇ ਸਭ ਤੋਂ ਵੱਡੇ ਜਿਹੜੇ ਹਰ ਬੰਦੇ ਦੀ ਜ਼ੁਬਾਨ ਤੇ ਹੈ ਅਜੇ ਸਿੰਘ ਬਾਂਗਾ ਸਾਡੇ ਕੋਲ ਹੈਗੇ ਨੇ। ਪਰ ਉਹਨਾਂ ਨੂੰ ਪੁੱਛੋਗੇ ਤੁਹਾਡਾ ਬੱਚਾ ਕੀ ਕਰ ਰਿਹਾ, ਉਹ ਕਹਿਣਗੇ ਜੀ ਸਾਡਾ ਬੱਚਾ ਨਾ MS ਕਰਨ US ਗਿਆ ਹੋਇਆ। ਦੇਖਿਆ ਜਾਵੇ ਜੇ ਸਕਿਲਡ ਔਰ ਜਿਹਨੂੰ ਪ੍ਰੋਫੈਸ਼ਨਲ ਕਹਿ ਦਿੰਦੇ ਨਾ ਅਸੀਂ, ਉਹਦੇ 'ਚ ਫਰਕ। ਇਹ ਕੰਟੈਂਟ ਤੇ ਅੱਛਾ ਹਰੇਕ ਨੂੰ ਚਾਹੀਦਾ ਹੈ। ਹੁਣ ਜਿਹੜਾ ਕੰਟੈਂਟ ਹੋਏਗਾ ਉਹੀ ਚੱਲੇਗਾ। ਮਾਸਸ ਜਿਹੜੀਆਂ ਨੇ ਉਹ ਚੀਪ 'ਚ ਜਾਣਗੀਆਂ, ਕਲਾਸਿਸ ਜਿਹੜੀਆਂ ਨੇ ਆਲਵੇਜ਼ ਰਿਚ ਕੰਟੈਂਟ। ਕਿ ਜੇ 10 ਗੁਰੂਆਂ ਚੋਂ ਕੋਈ ਇੱਕ ਗੁਰੂ ਜੇ ਜੱਟ ਹੁੰਦਾ ਨਾ, ਮਜ਼ਾਲਾ ਕੋਈ ਬਾਕੀ ਗੁਰੂ ਮੰਨਣ ਨਹੀਂ ਦੇਣਾ ਸੀਗਾ ਉਹਨਾਂ ਨੇ, ਮੰਨਣਾ ਹੀ ਨਹੀਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ਾਨੇ ਦਸਤਾਰ ਇੰਡੀਆ 2 ਜਿਹੜਾ ਚੱਲਦਾ ਪਿਆ ਜੀ, ਉਹਦੇ ਦੌਰਾਨ ਅਸੀਂ ਪੋਡਕਾਸਟ ਸ਼ੂਟ ਕਰਦੇ ਪਏ ਹਾਂ। ਸੋ ਅੱਜ ਅਸੀਂ ਵੀਰ ਜੀ ਕੋਲ ਆਏ ਹਾਂ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਅੱਜ ਘੱਟ ਬੋਲਾਂਗੇ ਜੀ। ਪਹਿਲਾਂ ਵੀਰ ਜੀ ਤੋਂ ਸ਼ੁਰੂ ਕਰਦੇ ਹਾਂ। ਵੀਰ ਜੀ ਆਪਣੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ, ਮੈਨੂੰ ਵੀ ਪਤਾ ਲੱਗੇ, ਦਰਸ਼ਕਾਂ ਨੂੰ ਵੀ ਪਤਾ ਲੱਗੇ। ਮੇਰਾ ਨਾਮ ਗੁਰਿੰਦਰਪਾਲ ਸਿੰਘ ਤੇ ਮੈਂ ਇੱਕ ਛੋਟੇ ਜਿਹੇ ਸ਼ਹਿਰ ਹਿੰਦੁਸਤਾਨ ਦੇ ਭਿਲਾਈ ਜਿਹੜਾ ਛੱਤੀਸਗੜ੍ਹ ਸਟੇਟ 'ਚ ਪੈਂਦਾ ਹੈ। ਜਮਸ਼ੇਦਪੁਰ ਬਿਹਾਰ 'ਚ ਹੈ, ਇਹ ਛੱਤੀਸਗੜ੍ਹ 'ਚ ਹੈ। ਤੇ ਪਰ ਦੋਨੋਂ ਇਸ ਕਰਕੇ ਲੋਕੀ ਕਨਫਿਊਜ਼ ਹੋ ਜਾਂਦੇ ਕਿਉਂਕਿ ਉੱਥੇ ਵੀ ਸਟੀਲ ਪਲਾਂਟ ਹੈ, ਇੱਥੇ ਵੀ ਸਟੀਲ ਪਲਾਂਟ। ਅੱਛਾ। ਤੇ ਭਿਲਾਈ ਸਟੀਲ ਪਲਾਂਟ 'ਚ ਮੇਰੇ ਪਿਤਾ ਜੀ ਉੱਥੇ ਜੌਬ ਕਰਦੇ ਸਨ। ਅੰਮ੍ਰਿਤਸਰ ਤੋਂ ਉਹ ਉੱਥੇ ਆਏ, ਮੇਰੀ ਪੜ੍ਹਾਈ ਉੱਥੇ ਹੋਈ, ਇੰਜੀਨੀਅਰਿੰਗ ਮੈਂ ਉੱਥੇ ਕੀਤੀ ਜੀ। ਉਹਦੇ ਬਾਅਦ ਮੈਂ ਦਿੱਲੀ ਥੋੜ੍ਹੀ ਦੇਰ ਜੌਬ ਕੀਤੀ, ਫਿਰ ਹੈਦਰਾਬਾਦ ਆ ਗਿਆ। ਹੈਦਰਾਬਾਦ ਮੈਂ ਸੌਫਟਵੇਅਰ 'ਚ ਜੌਬ ਸਟਾਰਟ ਕੀਤੀ। ਕਿਹੜੇ ਸਾਲ ਦੀਆਂ ਗੱਲਾਂ ਨੇ? ਮੈਂ ਦਿੱਲੀ ਗਿਆ ਜੀ 97 ਜੀ, ਤੇ ਹੈਦਰਾਬਾਦ ਮੈਂ ਆਇਆ 98 'ਚ। ਤੇ ਜਦੋਂ ਮੈਂ ਜੰਮਿਆ ਸੀ ਉਦੋਂ ਤੁਸੀਂ ਹੈਦਰਾਬਾਦ ਆ ਗਏ ਸੀ। ਹਾਂ, ਤਾਂ ਤੁਸੀਂ ਕਾਫੀ ਛੋਟੇ ਹੋ ਮੇਰੇ ਤੋਂ। ਹੁਣ ਮੈਨੂੰ ਮਹਿਸੂਸ ਹੋਣ ਲੱਗ ਗਿਆ ਕਿ ਮੈਂ ਬਜ਼ੁਰਗ ਜਿਹਾ ਹੋ ਗਿਆ। ਨਹੀਂ। ਤੇ 98 'ਚ ਮੈਂ ਇੱਥੇ ਆਇਆ ਤੇ ਉਦੋਂ ਸੌਫਟਵੇਅਰ ਇੰਡਸਟਰੀ ਕਾਫੀ ਛੋਟੀ ਹੁੰਦੀ ਸੀ ਹੈਦਰਾਬਾਦ ਦੀ, ਓਵਰਆਲ ਇੰਡੀਆ ਦੀ ਹੁੰਦੀ ਸੀ। ਹੈਦਰਾਬਾਦ ਮੇਰੇ ਖਿਆਲ ਨਾਲ ਟੋਟਲ IT ਪ੍ਰੋਫੈਸ਼ਨਲ ਜਿਹੜੇ ਸੀਗੇ ਉਹ ਮੇਰੇ ਖਿਆਲ ਨਾਲ 2000 ਵੀ ਨਹੀਂ ਹੋਣੇ। ਤੇ ਉਦੋਂ ਅਸੀਂ ਸਟਾਰਟ ਕੀਤਾ ਇੱਥੇ ਕੈਰੀਅਰ। ਫਿਰ ਮੈਂ 3.5 ਸਾਲ ਜੌਬ ਕਰਕੇ ਫਿਰ ਮੈਂ ਬ੍ਰੇਕ ਲਿਆ ਤੇ ਮੈਂ IIM ਅਹਿਮਦਾਬਾਦ ਤੋਂ MBA ਕੀਤੀ। ਤੇ ਉਹਦੇ ਬਾਅਦ ਮੈਂ ਕਾਰਪੋਰੇਟ 'ਚ ਰਿਹਾ, ਮੈਂ ਵਿਪਰੋ 'ਚ ਰਿਹਾ, ਵਿਪਰੋ ਟੈਕਨੋਲੋਜੀਜ਼ 'ਚ ਮੈਂ ਕੰਮ ਕੀਤਾ। ਉਹਦੇ ਬਾਅਦ ਮੈਂ ਸਤਿਅਮ ਕੰਪਿਊਟਰਸ 'ਚ ਰਿਹਾ, ਮੈਂ ਗਲੋਬਲ ਹੈਡ ਸੀਗਾ ਸਤਿਅਮ ਕੰਪਿਊਟਰ ਦਾ। ਅੱਛਾ। ਉਹ ਫਿਰ ਐਕਵਾਇਰ ਹੋ ਗਈ ਟੈਕ ਮਹਿੰਦਰਾ। ਫਿਰ ਇੱਕ ਜਿਵੇਂ ਕਹਿੰਦੇ ਵੀ ਉਹ ਨਾ ਇੱਕ ਐਂਟਰਪ੍ਰੈਨਰ ਕੀੜਾ ਸੀਗਾ ਵੀ ਕੁਝ ਕਰਨਾ ਹੈ। ਤੇ ਮੈਂ ਨਾ ਆਪਣੇ ਆਪ ਨੂੰ ਹੀ, ਜਦੋਂ ਮੈਂ ਮੇਰੇ ਖਿਆਲ ਨਾਲ 29 ਕੁ ਸਾਲ ਦਾ ਸੀਗਾ। ਅੱਛਾ ਜੀ। ਤੇ ਮੈਂ ਆਪਣੇ ਆਪ ਨੂੰ ਕਿਹਾ ਸੀਗਾ ਮੈਂ ਨਾ 35ਵਾਂ ਜਨਮ ਦਿਨ ਆਪਣੀ ਦੁਕਾਨ 'ਚ ਬਣਾਉਣਾ ਨਾ, ਜਿਵੇਂ ਆਪਾਂ ਪੰਜਾਬੀ ਕਹਿੰਦੇ ਵੀ ਹੱਟੀ ਤੇ ਬਣਾਉਣਾ। ਤੇ ਮੈਂ ਜਿੱਦਣ 35 ਦਾ ਹੋਇਆ ਉਦੋਂ ਮੈਂ ਰਿਜ਼ਾਈਨ ਕਰਤਾ। ਅੱਛਾ। ਮੈਂ ਯੰਗ ਸੀਗਾ ਔਰ ਕਾਫੀ ਸੀਨੀਅਰ ਮੋਸਟ ਪੋਜੀਸ਼ਨ ਤੇ ਵੀ ਸੀਗਾ। ਤੇ ਮੇਰੇ ਬੌਸਸ ਨੇ ਵੀ ਪੁੱਛਿਆ ਵੀ ਕਿਉਂ ਰਿਜ਼ਾਈਨ ਕਰ ਰਿਹਾ? ਮੈਂ ਕਿਹਾ ਮੈਂ 35 ਦਾ ਹੋ ਗਿਆ। ਤੇ ਚਲੋ ਫਿਰ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ। ਆਪਣੇ ਵਿੱਚ ਥੋੜਾ ਬਿਜ਼ਨਸ ਬਾਰੇ ਦੱਸੋ ਜਰਾ। ਹਾਂਜੀ। ਤੇ ਸਾਡਾ ਕੰਮ ਜਿਹੜਾ ਸਾਡੇ ਨਾ 3 ਕੰਪਨੀਆਂ ਨੇ। ਤੇ ਇੱਕ ਕੰਪਨੀ ਆ ਜਿਹੜੀ ਬੇਸਿਕਲੀ ਕੰਸਲਟਿੰਗ 'ਚ ਕਰਦੀ ਹੈ, HR ਕੰਸਲਟਿੰਗ, HR ਐਡਵਾਈਜ਼ਰੀ ਔਰ ਮੈਨ ਪਾਵਰ ਕੰਸਲਟਿੰਗ। ਉਹ ਅਸੀਂ ਇੰਡੀਆ, ਗਲਫ, UK ਔਰ US ਇਹ 4 ਜੀਓਗ੍ਰਾਫੀ 'ਚ ਅਸੀਂ ਗਲਫ ਕੰਟਰੀ ਇੰਜੀਨੀਅਰ। ਗਲਫ ਸਾਰੇ ਗਲਫ ਕੰਟਰੀਜ਼। ਸਾਡਾ ਆਫਿਸ ਹੈ, ਫਿਜ਼ੀਕਲ ਆਫਿਸ ਹੈ ਦੁਬਈ। ਸਾਡਾ ਫਿਜ਼ੀਕਲ ਆਫਿਸ ਹੈ ਨਿਊ ਜਰਸੀ 'ਚ। ਇੰਡੀਆ 'ਚ ਸਾਡੇ ਕੋਲ 3 ਆਫਿਸਿਸ ਨੇ, ਹੈਦਰਾਬਾਦ, ਬੈਂਗਲੌਰ ਔਰ ਪੁਣੇ ਬਾਹਰ ਲਿਖਿਆ। ਹਾਂਜੀ। ਤੇ ਪਹਿਲੇ ਸਾਡੇ ਜ਼ਿਆਦਾ ਹੁੰਦੇ ਸੀਗੇ ਤੇ ਹੁਣ ਅਸੀਂ ਜਦੋਂ ਦਾ ਵਰਕ ਫਰੋਮ ਹੋਮ ਹੋਇਆ ਫਿਰ ਬਹੁਤ ਸਾਰੇ। ਹੁਣ ਅਸੀਂ ਇੱਕ ਨਵਾਂ ਐਡੀਸ਼ਨਲ ਆਫਿਸ ਜਿਹੜਾ US ਸਟਾਫਿੰਗ ਦੇਖਦਾ ਉਹ ਅਸੀਂ ਨੋਇਡਾ ਸਟਾਰਟ ਕੀਤਾ ਪਿਛਲੇ ਮਹੀਨੇ। ਤੇ ਟੋਟਲ ਸਾਡੇ ਕੋਲ ਤਕਰੀਬਨ 160 ਕੁ ਬੰਦੇ ਦੀ ਸਟਰੈਂਥ ਹੈਗੀ ਇਸ ਵੇਲੇ। 4 ਕੰਟਰੀਆਂ ਕੇਟਰ ਕਰਦੇ ਆ। ਉਹ ਇਹ ਕੰਪਨੀ ਜਿਹੜੀ ਹੈ ਇਹ 'ਚ ਮਤਲਬ ਹੁੰਦਾ ਕੀ ਹੈ, ਤੁਸੀਂ ਕਰਦੇ ਕੀ ਹੋ? ਕੀ ਮਤਲਬ ਕਿ ਤੁਸੀਂ ਆਈ ਥਿੰਕ ਮੈਨੂੰ ਜਿੰਨਾ ਪਤਾ ਹੈ ਤੁਸੀਂ ਬੰਦੇ ਹਾਇਰ ਕਰਕੇ ਅੱਗੇ ਭੇਜਦੇ ਹੋ, ਕਿਵੇਂ ਹੁੰਦਾ ਮੈਨੂੰ ਦੱਸੋ ਥੋੜ੍ਹਾ ਜਿਹਾ। ਨਹੀਂ, ਇਹ 'ਚ ਨਾ 2 ਮਾਡਲ ਹੁੰਦੇ ਨੇ। ਇੱਕ ਮਾਡਲ ਹੈ ਵੀ ਜਿਵੇਂ ਤੁਹਾਡੀ ਕੰਪਨੀ ਹੈ, ਤੁਹਾਨੂੰ ਬੰਦੇ ਚਾਹੀਦੇ ਨੇ ਤੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਨਾ ਇਹ ਬੰਦੇ ਚਾਹੀਦੇ ਨੇ ਇੰਨੀ ਕੁ ਤਨਖਾਹ ਦੇ ਵਿੱਚ ਔਰ ਇੰਨਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਔਰ ਇਹ ਪਰਟੀਕੂਲਰ ਜੀਓਗ੍ਰਾਫੀ 'ਚ ਜਾਂ ਲੋਕੈਲਿਟੀ 'ਚ ਇੰਡੀਆ ਜਾਂ ਬਾਹਰ। ਤੇ ਸਾਡੀ ਟੀਮ ਦੀ ਸਟਰੈਂਥ ਹੁੰਦੀ ਆ ਵੀ ਉਹ ਸਰਚ ਕਰਦੇ ਨੇ ਬੇਸਡ ਔਨ ਤੁਹਾਡੀ ਸਪੈਸੀਫਿਕੇਸ਼ਨ ਵੀ ਇਹ ਤੁਹਾਡੀ ਸਪੈਸੀਫਿਕੇਸ਼ਨ।
ਫਿਰ ਇਹ ਸਰਚ ਕਰਦੇ ਨੇ, ਸਰਚ ਕਰਕੇ ਤੁਹਾਨੂੰ ਦਿੰਦੇ ਨੇ, ਤੁਸੀਂ ਉਹਨੂੰ ਪਸੰਦ, ਜੇ ਤੁਹਾਨੂੰ ਇੰਟਰਵਿਊ ਕਰਕੇ ਬੰਦਾ ਠੀਕ ਲੱਗਦਾ ਹੈ ਤੁਸੀਂ ਉਹ ਲੈ ਲੈਂਦੇ ਹੋ, ਔਰ ਉਸ ਦੇ ਪ੍ਰੋਸੈਸ ਦਾ ਅਸੀਂ ਇੱਕ ਸਰਵਿਸ ਚਾਰਜਸ ਲੈਂਦੇ ਹਾਂ। ਇਹ ਇੱਕ ਮਾਡਲ ਹੈ। ਦੂਜਾ ਮਾਡਲ ਹੈ ਕਿ ਤੁਹਾਡੇ ਕੋਲ ਆਪਣਾ ਪ੍ਰੋਜੈਕਟ ਆਲਰੇਡੀ ਚੱਲ ਰਿਹਾ, ਤੁਹਾਨੂੰ ਹੋਰ ਬੰਦੇ ਚਾਹੀਦੇ ਨੇ, ਤੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਨਾ ਸਾਲ ਵਾਸਤੇ ਬੰਦਾ ਚਾਹੀਦਾ ਹੈਗਾ, ਤੇ ਇਹ ਸਪੈਸੀਫਿਕੇਸ਼ਨ ਨੇ, ਤੇ ਅਸੀਂ ਉਹਨੂੰ ਇੰਟਰਵਿਊ ਕਰਕੇ ਖੁਦ ਹਾਇਰ ਕਰਦੇ ਹਾਂ। ਉਹ ਸਾਡੇ ਪੇਰੋਲ ਤੇ ਤੁਹਾਡੇ ਵਾਸਤੇ ਕੰਮ ਕਰਦਾ ਹੈ, ਪਰ ਕਿਉਂਕਿ ਉਹ ਤੁਹਾਡੇ ਵਾਸਤੇ ਕੰਮ ਕਰ ਰਿਹਾ ਤੇ ਅਸੀਂ ਤੁਹਾਡੇ ਤੋਂ ਬਿਲਿੰਗ ਕਰਦੇ ਹਾਂ ਉਹਦੀ, ਤੇ ਅਸੀਂ ਉਹਨੂੰ ਭਾਵੇਂ ਐਕਸ ਦੇ ਰਹੇ ਹੋਵਾਂਗੇ, ਤੁਹਾਡੇ ਤੋਂ ਅਸੀਂ X + 20 30 40 ਜੋ ਵੀ ਹੈ ਉਹ ਚਾਰਜ ਕਰਦੇ ਹੈਗੇ। ਤੇ ਇਹ ਦੋ ਮਾਡਲ ਨੇ, ਇੱਕ ਉਹਨੂੰ ਕਹਿੰਦੇ ਨੇ ਕੰਟਰੈਕਟ ਸਟਾਫਿੰਗ, ਇੱਕ ਪਰਮਾਨੈਂਟ ਸਟਾਫਿੰਗ ਜੀ। ਤੇ ਦੂਸਰਾ ਸਾਡੇ ਕੰਪਨੀ ਉਹਦਾ ਨਾਮ ਹੈਗਾ ਗਰੋਥ ਫੰਡ। ਉਹਦੇ 'ਚ ਅਸੀਂ ਰਨਿੰਗ ਬਿਜ਼ਨਸ ਔਰ ਆਈਡੀਆ ਈਦਰ ਆਫ ਦੈਮ, ਜੇ ਕੋਈ ਆਵੇ ਤੇ ਉਹਨੂੰ ਅਸੀਂ ਕੰਸਲਟਿੰਗ ਔਰ ਐਡਵਾਈਜ਼ਰੀ ਦਾ ਰੋਲ ਹੈਗਾ ਉਹਦੇ 'ਚ, ਜਿਵੇਂ ਆਪਾਂ ਕਰ ਰਹੇ ਸੀ ਸਾਰਾ ਇਹ। ਹਾਂ, ਹੁਣ ਤਾਂ ਗੱਲ ਕਰ ਰਹੇ ਸੀ। ਬਟ ਉਹਦੇ 'ਚ ਅਸੀਂ ਕੀ ਕਰਨੇ ਆ, ਸਾਡੇ ਕੋਲ ਉਹਦੇ 'ਚ ਦੋ ਮਾਡਲ ਨੇ। ਇੱਕ ਹੈਗਾ ਕਿ ਅਸੀਂ ਸਿਰਫ ਇਨਵੈਸਟ ਕਰਨਾ ਹੈ, ਦੂਸਰਾ ਹੈਗਾ ਕਿ ਅਸੀਂ ਫਾਈਨੈਂਸ਼ੀਅਲੀ ਉਹ 'ਚ ਇਨਵੋਲਵ ਨਹੀਂ ਹੋ ਕੇ ਅਸੀਂ ਫੰਕਸ਼ਨਲੀ ਇਨਵੋਲਵ ਹੋਵਾਂਗੇ। ਜਿਵੇਂ ਤੁਹਾਡਾ ਬਿਜ਼ਨਸ ਆਲਰੇਡੀ ਚੱਲ ਰਿਹਾ ਹੈ, ਉਹਦੇ ਵਿੱਚ 4-5 ਫੰਕਸ਼ਨ ਹੀ ਹੁੰਦੇ ਨੇ ਕਿਸੇ ਬਿਜ਼ਨਸ ਦੇ। ਇੱਕ ਅਕਾਊਂਟਸ ਹੋ ਗਿਆ, ਅਕਾਊਂਟਸ ਐਂਡ ਫਾਈਨੈਂਸ, ਸੇਲਸ ਐਂਡ ਮਾਰਕੀਟਿੰਗ, ਆਪਰੇਸ਼ਨਸ ਔਰ HR ਔਰ ਸਾਰਾ ਨਾ। ਤੇ ਉਹ 'ਚ ਜਿਹੜੇ ਫੰਕਸ਼ਨ 'ਚ ਸਾਨੂੰ ਗੈਪ ਦਿਖਦਾ ਹੈ ਵੀ ਉੱਥੇ ਉਹਨੂੰ ਬੰਦੇ ਨੂੰ ਜ਼ਰੂਰਤ ਹੈ, ਉੱਥੇ ਫਿਰ ਅਸੀਂ ਸਬਜੈਕਟ ਮੈਟਰ ਐਕਸਪਰਟ ਉੱਥੇ ਬਿਠਾ ਕੇ, ਬਟ ਉਹਦੇ 'ਚ ਅਸੀਂ ਸਟੇਕ ਲੈਂਦੇ ਕੰਪਨੀ 'ਚ, ਔਰ ਉਹ ਕਮਿਟਮੈਂਟ ਉਹ ਡਿਪੈਂਡ ਕਰਦਾ ਹੈ। ਤੇ ਉਹ 'ਚ ਕਮਿਟਮੈਂਟ ਹੁੰਦੀ ਵੀ ਉਹ ਕੰਪਨੀ ਦੀ ਸਕੇਲ ਵੀ ਅਸੀਂ ਕਰਨਾ ਹੈ, ਕਿਉਂਕਿ ਹੁਣ ਜੇ ਅਸੀਂ ਇਨਵੋਲਵ ਹੋ ਰਹੇ ਹਾਂ ਤਾਂ ਸਾਨੂੰ ਸਕੇਲ ਕਰਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਲਾਇਬਿਲਿਟੀ ਨਹੀਂ ਬਣ ਕੇ ਐਸੈਟ ਬਣਨਾ ਹੈ। ਤੇ ਇਹ ਕੰਪਨੀ ਸਾਡੀ 3 ਸਾਲ ਪੁਰਾਣੀ ਹੈ। ਇਸ ਵੇਲੇ ਸਾਡੇ ਕੋਲ 4 ਕੰਪਨੀਆਂ ਨੇ ਜਿਹਦੇ 'ਚ ਅਸੀਂ ਕਿਸੇ ਵਿੱਚ ਅਸੀਂ ਪੈਸਾ ਇਨਵੈਸਟ ਕੀਤਾ ਹੈ, ਕੁਛ ਦੇ ਵਿੱਚ ਅਸੀਂ ਆਪਣਾ ਨੌਲੇਜ ਇਨਵੈਸਟ ਕਰਕੇ ਉਹਨੂੰ ਸਕੇਲ ਕਰ ਰਹੇ ਹਾਂ। ਉਹ 'ਚੋਂ ਇੱਕ ਕੰਪਨੀ ਜਿਹੜੀ ਹੈ ਉਹਦੀ ਹੁਣੇ ਮੋਸਟ ਪ੍ਰੋਬਬਲੀ ਅਗਲੇ ਸਾਲ ਅਸੀਂ ਉਹਨੂੰ IPO ਤੱਕ ਲੈ ਕੇ ਜਾਣਾ ਹੈ। ਆਲਮੋਸਟ 90% ਤਿਆਰੀ ਹੋ ਗਈ ਹੈ, ਲਿਸਟਿੰਗ ਕਰਨੀ ਹੈ ਅਸੀਂ ਉਹਦੀ, ਤੇ ਉਹ ਲਿਸਟਿੰਗ ਜਾਂ ਇੰਡੀਆ 'ਚ ਕਰਾਂਗੇ ਜਾਂ ਅਸੀਂ ਕੈਨੇਡਾ ਕਰਾਂਗੇ। ਅੱਛਾ, ਮੈਨੂੰ ਜਿੰਨਾ ਕਿਉਂਕਿ ਦੇਖੋ ਮੇਰੇ ਵਾਸਤੇ ਬਹੁਤ ਕੁਝ ਨਵਾਂ ਹੈ ਜੀ, ਹੈ ਨਾ। ਤੇ ਕਿਉਂਕਿ ਸਾਡਾ ਆਲਾ ਦਾ ਥੋੜਾ ਜਿਹਾ ਛੋਟਾ ਹੈ ਨਾ, ਪਰ ਮੈਂ ਬਹੁਤ ਸਿੱਖਣ ਦੇ ਚਾਹਵਾਨ ਹੈਗਾ ਆ। IPO ਮੈਨੂੰ ਜਿੰਨਾ ਲੱਗਦਾ ਹੈ, ਆਈ ਥਿੰਕ ਜਿਹੜਾ ਸਟਾਕ ਮਾਰਕੀਟ ਲਿਸਟ ਹੋਣਾ, ਹਾਂਜੀ, ਹੈ ਨਾ, ਜੇ ਤੁਸੀਂ ਕੈਨੇਡਾ ਵਾਲੀ ਜਾਂ ਇੰਡੀਆ ਵਾਲੀ 'ਚ, ਹੈ ਨਾ। ਐਬਸੋਲੂਟਲੀ ਓਕੇ, ਤਾਂ ਥੋੜਾ ਬਹੁਤਾ ਹੈ ਜਿਹਨੂੰ ਆਪਾਂ ਕਹਿੰਦੇ ਵੀ ਸ਼ੇਅਰ ਮਾਰਕੀਟ 'ਚ ਜਾਣਾ, ਤੇ ਆਪਣੇ ਸਟਾਕ ਸ਼ੇਅਰ ਜਿਹੜੇ ਨੇ ਉਹ ਸਟਾਕ ਮਾਰਕੀਟ 'ਚ ਲਿਸਟ ਕਰਨਾ। LIC ਆਈ ਪਿੱਛੇ ਆਈ ਸੀ। ਹਾਂਜੀ ਹਾਂਜੀ, ਅਸੀਂ ਬਾਈ ਥੋੜੇ ਬਹੁਤੇ ਪੰਗੇ ਲਏ ਨਹੀਂ। ਅੱਛਾ, ਮੈਨੂੰ ਇੱਕ ਤਾਂ ਇਹ ਦੱਸੋ, ਜਿਵੇਂ ਤੁਸੀਂ ਇਹ ਸਾਰਾ ਕੁਝ ਕਰਦੇ ਹੈਗੇ ਹੋ, ਕਿਉਂਕਿ ਮੇਰਾ ਸਰਕਲ ਪੰਜਾਬ ਦੇ ਜੀ, ਤੇ ਅਸੀਂ ਇਹ ਜ਼ਿਆਦਾਤਰ ਵੀਡੀਓ ਆਪਾਂ ਪੰਜਾਬੀ 'ਚ ਹੀ ਬਣਾ ਰਹੇ ਹਾਂ, ਤੇ ਮੇਰੀ ਆਡੀਅנס ਪੰਜਾਬ ਦੀ, ਕੈਨੇਡਾ ਦੀ, ਜਿਹੜੇ ਪੰਜਾਬੀ ਬੋਲਣ ਦੇ ਇਲਾਕੇ ਨੇ ਉਹਨਾਂ ਵਾਸਤੇ ਜ਼ਿਆਦਾ ਹੋਏਗੀ ਇਹ। ਤੁਹਾਡੇ ਕੋਲ ਜਿੰਨਾ ਵੀ ਤੁਸੀਂ ਕੰਮ ਕਰਦੇ ਹੋ, ਤੁਹਾਡੇ ਕੋਲ ਜ਼ਿਆਦਾਤਰ ਮਾਰਕੀਟ ਜਿਹੜੀ ਹੈਗੀ ਆ ਉਹ ਕਿਹੜੇ ਇਲਾਕੇ ਦੀ ਆ? ਮੀਨਸ ਪੰਜਾਬੀ ਬੰਦਾ ਕੋਈ ਐਵੇਂ ਅੱਗੇ ਬੰਦੇ ਹਾਇਰ ਕਰਦਾ ਆ ਜੇ ਤੁਹਾਡੇ ਨਾਲ ਕੰਟੈਕਟ ਕਰਦਾ ਪੰਜਾਬ, ਤੁਸੀਂ ਪਤਾ ਨਹੀਂ। ਹੁਣ ਇਹਦੇ 'ਚ ਨਾ ਮਤਲਬ, ਕਿਉਂਕਿ ਜਦੋਂ ਅਸੀਂ ਪ੍ਰੋਫੈਸ਼ਨਲ ਇੰਡਸਟਰੀ 'ਚ ਬੈਠੇ ਹਾਂ ਤੇ ਉਹ ਕਾਸਟ, ਰਿਲੀਜਨ ਔਰ ਉਹ ਸਭ ਮਾਇਨੇ ਨਹੀਂ ਰੱਖਦਾ। ਮਾਇਨੇ ਰੱਖਦਾ ਵੀ ਕਿਹੜਾ ਬਿਜ਼ਨਸ ਜਿਹਨੂੰ ਸਾਡੀ ਨੀਡ ਹੈ ਜਾਂ ਅਸੀਂ ਜਿਹਨੂੰ ਸਰਵ ਕਰ ਸਕਦੇ ਹਾਂ, ਹੈ ਨਾ। ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਬਟ ਐਜ਼ ਐਨ ਆਰਗੇਨਾਈਜੇਸ਼ਨ, ਕਿਉਂਕਿ ਅਸੀਂ ਹੈਡ ਕਰਦੇ ਹਾਂ, ਤੇ ਸਾਡੀ ਆਪਣੀ ਪਾਲਿਸੀ ਆ ਵੀ ਅਸੀਂ 10% ਸਿੱਖ ਬੱਚਿਆਂ ਨੂੰ ਆਪਣੇ ਕੋਲ ਜ਼ਰੂਰ ਰੱਖਦੇ ਹਾਂ, ਤੇ ਜੇ ਉਹ ਅੰਮ੍ਰਿਤਧਾਰੀ ਹੈ ਤੇ ਉਹਨੂੰ ਬਾਕੀਆਂ ਤੋਂ 10% ਜ਼ਿਆਦਾ ਸੈਲਰੀ ਵੀ ਮਿਲਦੀ ਹੈ। ਅੱਛਾ, ਨਹੀਂ ਬਟ ਅਦਰਵਾਈਜ਼ ਕਸਟਮਰ ਵਾਈਜ਼ ਨਹੀਂ ਹੈ। ਕਸਟਮਰ ਇਜ਼ ਜੈਨਰਿਕ ਸਾਡੇ ਕੋਲ, ਕਿਉਂਕਿ ਅਸੀਂ ਹੈਲਥ ਕੇਅਰ 'ਚ ਕੰਮ ਕਰਦੇ ਹਾਂ, ਆਇਲ ਐਂਡ ਗੈਸ 'ਚ ਕਰਦੇ ਹਾਂ, IT 'ਚ ਕਰਦੇ ਹਾਂ, ਔਰ ਆਟੋਮੋਬਾਈਲ ਇੰਡਸਟਰੀ। ਤੇ ਉਹਦੇ 'ਚ ਬਿਜ਼ਨਸ ਜਿਹੜਾ ਉਹਦੀ ਉਹ ਪ੍ਰਾਇਮਰੀ ਹੈਗਾ, ਪਰਸਨ ਇਜ਼ ਸੈਕੰਡਰੀ ਫॉर ਅਸ। ਨਹੀਂ, ਮੈਂ ਵੈਸੇ ਨਾਰਮਲੀ ਗੱਲ ਕਰਦਾ ਪਿਆ ਕਿ ਜਿਹੜਾ ਥੋੜਾ ਹੁਣ ਮੇਰੇ ਵਾਸਤੇ ਵੀ ਹੈ। ਹੁਣ ਜੇ ਮੈਂ ਆਪਣੇ ਜਿਹੜਾ ਤਾਜ ਵਾਲਾ ਬਿਜ਼ਨਸ ਹੈ ਜੀ, ਉਹਦੇ 'ਚ ਮੈਂ ਕਹਾਂ ਕਿ ਮੈਂ ਸਿਰਫ ਸਿੱਖ ਬੰਦੇ ਤੇ ਬਗਮੋ ਸਿੱਖਾਂ ਨਾ, ਤਾਂ ਉਹ 'ਚ ਮੇਰਾ ਹਿੰਦੂ ਕਸਟਮਰ, ਮੁਸਲਮਾਨ ਕਸਟਮਰ, ਕ੍ਰਿਸਚਨ ਕਸਟਮਰ ਜਾਏਗਾ। ਬਿਜ਼ਨਸ ਵਿੱਚ ਧਰਮ ਨਹੀਂ ਹੋਣਾ ਚਾਹੀਦਾ, ਰਿਲੀਜਨ ਨਹੀਂ ਹੋਣਾ ਚਾਹੀਦਾ, ਉਹ ਤਾਂ ਬਿਜ਼ਨਸ ਦਾ ਰੂਲ ਨੇ ਜੀ। ਪਰ ਵੈਸੇ ਇੱਕ ਜੈਨੂਅਨ ਜੀ ਗੱਲ ਹੈਗੀ, ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਤਾਂ ਹੀ ਲੱਗਦਾ, ਜਿਸ ਹਿਸਾਬ ਨਾਲ ਆਪਾਂ ਗੱਲਾਂ ਕਰਦੇ ਪਏ ਹਾਂ, ਕਿ ਲੋਕੀ ਇਸ ਮਾਡਲ 'ਚ ਆਉਂਦੇ ਹੋਣਗੇ, ਉਹਨਾਂ ਵਾਸਤੇ ਟਰੱਕ ਕੈਨੇਡਾ ਉਹਦਾ ਨਾ ਹੁਣ ਜਿਵੇਂ ਮੈਂ ਬੋਰਨ ਐਂਡ ਬ੍ਰੌਟ ਅਪ ਸੈਂਟਰਲ ਇੰਡੀਆ 'ਚ, ਹਾਂਜੀ, ਰੂਟ ਸਾਡੀਆਂ ਓਬਵੀਅਸਲੀ ਪੰਜਾਬ ਦੀਆਂ। ਜਿਵੇਂ ਹਰੇਕ ਬੱਚੇ ਦਾ ਉਹੀ ਹੁੰਦਾ ਵੀ ਗਰਮੀ ਦੀ ਛੁੱਟੀਆਂ ਨਾਨਕੇ ਹੀ ਹੁੰਦੇ ਨੇ, ਹੈ ਨਾ। ਤੇ
ਅਸੀਂ ਸਾਰੀ ਉਮਰ ਗਰਮੀ ਦੀ ਛੁੱਟੀਆਂ ਨਾਨਕੇ ਬਿਤਾਈਆਂ ਤੇ ਉਹ ਪੰਜਾਬ ਵਾਲਾ ਜਿਹੜਾ ਉਹ ਸਾਡੇ ਅੰਦਰ ਹੈਗਾ ਹੀ ਆ ਹਨਾ ਕਿ ਪੰਜਾਬ ਦੇ ਨਾਲ ਟੱਚ। ਬਟ ਰਿਹਾ ਮੈਂ ਪੜ੍ਹਿਆ ਸੈਂਟਰਲ ਇੰਡੀਆ, ਪ੍ਰੋਫੈਸ਼ਨਲ ਲਾਈਫ ਮੇਰੀ ਸਦਰਨ ਇੰਡੀਆ 'ਚ ਰਹੀ। ਉਹਦੇ ਬਾਅਦ ਜਦੋਂ ਨੌਕਰੀਆਂ ਕੀਤੀਆਂ ਅਸੀਂ ਗਲੋਬਲ ਇੰਡਸਟਰੀ 'ਚ ਕੀਤੀਆਂ, ਹੁਣ ਵੀ ਸਾਡਾ ਬਿਜ਼ਨਸ ਗਲੋਬਲ ਹੈਗਾ। ਤੇ ਜਦੋਂ ਅਸੀਂ ਡਿਫਰੈਂਸ ਦੇਖਦੇ ਹਾਂ ਨਾ ਪੰਜਾਬ ਔਰ ਰੈਸਟ ਆਫ ਦਾ ਇੰਡੀਆ, ਆਪਾਂ ਨਾ ਪੰਜਾਬ ਨੂੰ ਅਸਲ 'ਚ ਆਪਾਂ ਨਾ ਦੂਸਰੇ ਤਰੀਕੇ ਨਾਲ ਇੰਡੀਆ ਨੂੰ ਡਿਵਾਈਡ ਕਰਦੇ ਹਾਂ। ਅਸੀਂ ਨਾਰਦਰਨ ਪਾਰਟ ਆਫ ਇੰਡੀਆ ਔਰ ਸਦਰਨ ਪਾਰਟ ਆਫ ਇੰਡੀਆ ਕਰਦੇ ਹਾਂ ਹੈ ਨਾ। ਨਾਰਦਰਨ 'ਚ ਐਕਸਟ੍ਰੀਮ ਜਿਹੜਾ ਪੰਜਾਬ ਔਰ ਜੰਮੂ ਕਸ਼ਮੀਰ ਚਲ ਜਾਂਦਾ, ਬਿਲਕੁਲ ਜੀ, ਹਰਿਆਣਾ ਨਾਲ ਮਿਲਾ ਲੈਂਦੇ ਹੈ ਨਾ। ਸਦਰਨ ਪਾਰਟ ਆਫ ਇੰਡੀਆ ਦਾ ਨਾ ਦੋ ਤਿੰਨ ਜਿਹੜੀਆਂ ਬੈਨੀਫਿਟਸ ਸ਼ੁਰੂ ਤੋਂ ਸੀਗਾ ਵੀ ਇੱਕ ਤੇ ਨਾਨ ਟਰਬੂਲੈਂਸ ਰੀਜਨ ਰਿਹਾ ਸ਼ੁਰੂ ਤੋਂ, ਜਦੋਂ ਆਪਾਂ 47-84 ਸਮਥਿੰਗ ਲਾ ਲਓ, ਕੁਛ ਵੀ ਦੇਖੋ ਇਹ ਤੇ ਨਾਨ ਟਰਬੂਲੈਂਸ ਰਿਹਾ। ਬਿਲਕੁਲ। ਦੂਸਰਾ ਇਹਨਾਂ ਦਾ ਐਮਫਸਾਈਜ਼ ਜਿਹੜਾ ਹੈ ਨਾ ਉਹ ਪੜ੍ਹਾਈ ਦੇ ਉੱਪਰ ਸ਼ੁਰੂ ਤੋਂ ਹੀ ਰਿਹਾ। ਅਗਰ ਆਪਾਂ ਦੇਖਿਆ ਜਾਵੇ ਪ੍ਰਾਈਵੇਟ ਯੂਨੀਵਰਸਿਟੀਜ਼ ਵੀ ਸ਼ੁਰੂ ਰਹੀਆਂ ਨੇ ਜਾਂ ਕਾਲਜਸ ਤੇ ਪਹਿਲੇ ਇੱਧਰ ਹੋਏ ਨੇ। ਜਦੋਂ ਸਪੈਸ਼ਲੀ ਨੌਲੇਜ ਇੰਡਸਟਰੀ ਜਦੋਂ ਵੀ ਆਈ ਆ ਉਹ ਇੱਥੋਂ ਹੀ ਸਟਾਰਟ ਹੋਈ ਆ ਹੈ ਨਾ। ਜਦੋਂ ਆਈਟੀ ਆਪਾਂ ਨੌਲੇਜ ਵਰਲਡ ਇੰਡਸਟਰੀ ਕਹਿੰਦੇ, ਆਈਆਈਟੀ ਸਾਰੇ ਇੱਧਰ ਹੀ ਨਹੀਂ ਜ਼ਿਆਦਾਤਰ, ਸਭ ਇੱਥੋਂ ਬਿਲਕੁਲ ਆਈਆਈਟੀ ਦਿੱਲੀ ਹੈ ਗੱਲ। ਤੇ ਇੱਥੋਂ ਵਾਲੇ ਲੋਕਾਂ ਦਾ ਨਾ ਐਮਫਸਾਈਜ਼ ਸ਼ੁਰੂ ਤੋਂ ਰਿਹਾ ਹੈਗਾ ਹੈ ਕਿ ਅਸੀਂ ਪੜ੍ਹਾਈ ਤੇ ਇਨਵੈਸਟ ਕਰਨਾ ਹੈ, ਕਰੀਅਰ ਬਣਾਉਣਾ ਹੈ। ਕਿਉਂ ਕਰੀਅਰ ਬਣਾਉਣਾ ਹੈ? ਉਹਦੇ ਨਾਲ ਉਹਨਾਂ ਦਾ ਸਰਵਾਈਵਲ ਹੁੰਦਾ ਸੀਗਾ ਹੈ ਨਾ। ਤੇ ਉਹ ਐਮਫਸਾਈਜ਼ ਹੋਣ ਦੇ ਕਾਰਨ ਉਹ ਡੀਐਨਏ ਸਟਰੋਂਗ ਹੁੰਦੇ ਹੁੰਦੇ ਅੱਜ ਵੀ ਤੁਸੀਂ ਦੇਖੋਗੇ ਤਾਂ ਸਦਰਨ ਪਾਰਟ ਦਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਨਾਰਦਰਨ ਤੋਂ ਜ਼ਿਆਦਾ ਬੈਟਰ ਹੈਗਾ। ਹੁਣ ਐਜੂਕੇਸ਼ਨ ਵਾਸਤੇ ਕੀ ਹੈ? ਫੈਕਲਟੀ ਚਾਹੀਦਾ, ਸਟੂਡੈਂਟ ਚਾਹੀਦਾ, ਤੇ ਫੈਕਲਟੀ ਵੀ ਉੱਥੋਂ ਬੈਟਰ ਹੈਗਾ ਤੇ ਸਟੂਡੈਂਟ ਵੀ ਉਹਦੇ ਤੋਂ ਬੈਟਰ। ਨਾਰਦਰਨ ਪਾਰਟ ਦਾ ਕਿਉਂਕਿ ਉਹ ਸ਼ੁਰੂ ਤੋਂ ਇੱਕ ਤੇ ਟਰਬੂਲੈਂਟ ਰੀਜਨ ਰਿਹਾ, ਫਿਰ ਦੂਸਰਾ ਉੱਥੋਂ ਦਾ ਸਾਡਾ ਮਾਈਂਡਸੈਟ ਅਲੱਗ ਰਿਹਾ ਥੋੜ੍ਹਾ ਜਿਹਾ। ਸਾਡਾ ਮਾਈਂਡਸੈਟ ਜਿਹੜਾ ਰਿਹਾ ਵੀ ਚਲੋ ਵੀ ਹੈਗਾ ਨਾ, ਸਾਡੇ ਕੋਲ ਜ਼ਮੀਨਾਂ ਹੈਗੀਆਂ ਜਾਂ ਬਿਜ਼ਨਸ ਚੱਲਦੇ ਨੇ, ਕਿਉਂ ਬਾਹਰ ਕੀ ਕਰਨਾ, ਹੋਰ ਕਿਉਂ ਕਰਨਾ। ਉਹ ਨਹੀਂ ਕਰਨਾ ਕਰਕੇ ਅਸੀਂ ਪੜ੍ਹਾਈ ਅਸੀਂ ਸੈਕੰਡਰੀ ਕਰ ਦਿੱਤੀ ਕਿਉਂਕਿ ਤੁਸੀਂ ਉਹ ਹੈ ਨਾ। ਉਹ ਜਦੋਂ ਅਸੀਂ ਐਜੂਕੇਸ਼ਨ 'ਚ ਪਿਛੜੇ ਤੇ ਗ੍ਰੈਜੂਅਲੀ ਅਸੀਂ ਆਪਣੇ ਪ੍ਰੋਫੈਸ਼ਨਲ ਵਰਲਡ ਵਿੱਚ ਵੀ ਪਿਛੜ ਗਏ ਸਾਰੇ ਦੇ ਸਾਰੇ ਅਸੀਂ ਬਹੁਤ ਹੱਦ ਤੱਕ। ਮਤਲਬ ਹੁਣ ਸਿੰਪਲ ਜਿਹਾ ਲੌਜਿਕ ਦੇਖੋ, ਜਦੋਂ ਪੰਜਾਬ ਆਜ਼ਾਦ ਹੋਇਆ ਉਦੋਂ ਸਾਡੇ ਕੋਲ ਨਾ ਜਿਹੜੇ ਅਸੀਂ ਬਿਊਰੋਕਰੈਟਿਕ ਸਿਸਟਮ ਸਾਡਾ ਸੀਗਾ, ਉੱਥੇ ਸਾਡੀ ਜਿਹੜੀ ਹਿੱਸੇਦਾਰੀ ਸੀ ਉਹ ਤਕਰੀਬਨ 18 ਤੋਂ 20% ਸੀਗੀ ਹੈ ਨਾ। ਜੇ ਫੌਜ ਦੇ ਵਿੱਚ 5 ਜਨਰਲ ਬੈਠਦੇ ਸੀਗੇ ਨਾ ਤੇ 4 ਸਿੱਖ ਹੁੰਦੇ ਸੀ। ਬਿਲਕੁਲ ਜੀ। ਔਰ ਇਹ ਪੂਰੀ ਇਹ ਡਾਕੂਮੈਂਟਡ ਹੈਗਾ ਵੀ ਜਦੋਂ ਅੰਗਰੇਜ਼ਾਂ ਨੇ ਜਦੋਂ ਆਏ ਨੇ ਇੰਡੀਆ, ਜਦੋਂ ਪੰਜਾਬ ਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹਨਾਂ ਨੇ ਸਾਡੀ ਜਦੋਂ ਆਪਣੀ ਰਿਸਰਚ ਕੀਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਕਿਉਂ ਨਹੀਂ ਤੋੜ ਪਾ ਰਹੇ, ਕਿਉਂਕਿ ਇੱਥੇ ਬੰਦਾ ਨਾ ਸਾਰਾ ਪੜ੍ਹਿਆ ਲਿਖਿਆ। ਹਾਂਜੀ। 87% ਉਸ ਜ਼ਮਾਨੇ 'ਚ ਪੜ੍ਹਿਆ ਲਿਖਿਆ ਹੁੰਦਾ ਸੀ। ਕਿ ਇਹ ਡਾਕੂਮੈਂਟ ਹੈਗੇ ਨੇ ਹੈ ਨਾ। ਤੇ ਉਹਨਾਂ ਨੇ ਸਿਸਟਮ ਬ੍ਰੇਕ ਕੀਤਾ ਔਰ ਅਸੀਂ ਉਹਦੇ ਵਿਕਟਮ ਹੋਏ। ਔਰ ਵਿਕਟਮ ਹੁੰਦੇ ਅਸੀਂ ਇੰਨੇ ਵਿਕਟਮ ਹੋ ਗਏ ਕਿ ਅਸੀਂ ਪੜ੍ਹਾਈ 'ਚ ਪਿਛੜੇ, ਤੇ ਪੜ੍ਹਾਈ 'ਚ ਜਦੋਂ ਪਿਛੜੇ ਤੇ ਓਬਵੀਅਸਲੀ ਅਸੀਂ ਸਮਾਜਿਕ ਉਹ ਸਾਰੀ ਚੀਜ਼ਾਂ 'ਚ ਪਿਛੜ ਗਏ। ਪ੍ਰੋਫੈਸ਼ਨਲ ਜਿਹੜਾ ਸਿਨੈਰੀਓ ਸੀ ਉਹ 'ਚ ਵੀ ਪਿਛੜ ਗਏ ਸਾਰੇ। ਮੀਨਸ ਐਜੂਕੇਸ਼ਨ ਸਿਸਟਮ ਬਹੁਤ ਜ਼ਿਆਦਾ ਜ਼ਰੂਰੀ ਹੈ। ਘਰ ਦਾ ਮਾਹੌਲ ਔਰ ਐਜੂਕੇਸ਼ਨ ਸਿਸਟਮ ਹੈ ਨਾ। ਵੀ ਪ੍ਰਾਇੋਰਟੀ ਅਸੀਂ ਕਿਹਨੂੰ ਦੇ ਰਹੇ ਹਾਂ? ਅਸੀਂ ਮਟੀਰੀਅਲਿਸਟਿਕ ਵਰਲਡ ਹੋ ਗਏ ਕਿਤੇ ਨਾ ਕਿਤੇ। ਉਸ ਪਾਸੇ ਅਸੀਂ ਮਟੀਰੀਅਲ ਨੂੰ ਜ਼ਿਆਦਾ ਵੈਲਿਊ ਦੇ ਦਿੱਤੀ ਤੇ ਇੰਟੈਲੈਕਟ ਜਾਂ ਕੰਟੈਂਟ ਨੂੰ ਘੱਟ ਦਿੱਤੀ ਨਾ। ਤੇ ਉਹ ਉੱਥੇ ਹੁਣ ਇੱਥੇ ਤੁਸੀਂ ਇੱਕ ਸਿੰਪਲ ਜਿਹਾ ਲੌਜਿਕ ਦੇਖ ਲਓ। ਤੁਸੀਂ ਹੁਣ ਆਏ ਹੋ ਇੱਥੇ ਹੈਦਰਾਬਾਦ, ਤੁਸੀਂ ਵਿਜ਼ਿਟ ਕਰੋ, ਕਈਆਂ ਦੇ ਘਰ ਐਵੇਂ ਦੇ ਹੋਣਗੇ ਜਿਨ੍ਹਾਂ ਦੇ ਨਾ ਘਰੇ ਸ਼ਾਇਦ ਫਰਨੀਚਰ ਵੀ ਪੂਰਾ ਨਹੀਂ ਹੋਇਆ। ਮੈਂ ਇਹੀ ਗੱਲ ਸ਼ੁਰੂ ਕਰਨ ਲੱਗਿਆ ਸੀ। ਤੇ ਔਰ ਉਹ ਸਕੂਟਰ ਹੀ ਹੋਏਗਾ, ਭਾਵੇਂ ਕਾਰਾਂ ਵੀ ਨਹੀਂ ਹੋਣਗੀਆਂ। ਪਰ ਉਹਨਾਂ ਨੂੰ ਪੁੱਛੋਗੇ ਤੁਹਾਡਾ ਬੱਚਾ ਕੀ ਕਰ ਰਿਹਾ, ਉਹ ਕਹਿਣਗੇ ਜੀ ਸਾਡਾ ਬੱਚਾ ਨਾ MS ਕਰਨ US ਗਿਆ ਹੋਇਆ। ਉਹ ਪੂਰਾ ਪਰਿਵਾਰ ਨੇ ਨਾ ਉਹਨੇ ਮਿਹਨਤ ਉਹੀ ਕਰਨੀ ਆ ਵੀ ਉਹਨੇ ਪੈਸਾ ਬਚਾਉਣਾ ਹੈ ਕਿ ਕਿਸ ਤਰ੍ਹਾਂ ਕਰਕੇ ਅਸੀਂ ਇਸ ਬੱਚੇ ਨੂੰ ਹਾਇਰ ਐਜੂਕੇਸ਼ਨ ਵਾਸਤੇ, ਹਾਇਰ ਐਜੂਕੇਸ਼ਨ, ਇਮੀਗ੍ਰੇਸ਼ਨ ਨਹੀਂ, ਉਧਰਲੇ ਪਾਸੇ ਅਸੀਂ ਕੀ ਕਰਨਾ ਹੈ। ਅਸੀਂ ਹਰ ਘਰ 'ਚ ਨਾ ਮਾਲਕ ਦੀ ਦਇਆ ਨਾਲ, ਚਲੋ ਪੰਜਾਬੀ ਵੈਸੇ ਵੀ ਸ਼ੌਕੀਨ ਹੁੰਦੇ ਨੇ, ਹਰ ਘਰ 'ਚ ਮਟੀਰੀਅਲਿਸਟਿਕ ਚੀਜ਼ਾਂ ਜ਼ਰੂਰਤ ਤੋਂ ਜ਼ਿਆਦਾ ਹੋਣਗੀਆਂ। ਬਟ ਜਦੋਂ ਅਸੀਂ ਇਸ ਪਾਸੇ ਆਵਾਂਗੇ ਤੇ ਉਹ ਖਰਚਾ ਕਰ ਰਹੇ ਨੇ ਵੀ ਅਸੀਂ ਇਮੀਗ੍ਰੇਟ ਕਿਵੇਂ ਹੋਈਏ, ਅਸੀਂ ਮਾਈਗ੍ਰੇਟ ਕਿਵੇਂ ਹੋ ਜਾਈਏ, ਅਸੀਂ ਇਮੀਗ੍ਰੇਸ਼ਨ ਅਪਲਾਈ ਕਰੀਏ, ਉਹਦੇ 'ਚ ਖਰਚ ਕਰ ਰਹੇ ਨੇ। ਔਰ ਇਹ ਜਿਹੜੇ ਜਾ ਰਹੇ ਨੇ, ਇਹ ਜਦੋਂ ਜਾ ਰਹੇ ਨੇ, ਇਹ ਆਪਣੇ ਨਾਲ ਇੱਕ ਕੁਆਲੀਫਿਕੇਸ਼ਨ, ਇੱਕ ਐਜੂਕੇਸ਼ਨ ਦਾ ਇੱਕ ਸਰਟੀਫਿਕੇਸ਼ਨ ਲੈ ਕੇ ਜਾ ਰਹੇ ਨੇ। ਅਸੀਂ ਉੱਥੇ ਜਾ ਰਹੇ ਹਾਂ, ਅਸੀਂ ਪੈਸਾ ਖਰਚ ਕਰਕੇ ਐਜ਼ ਐਨ ਇੰਡੀਵਿਜੂਅਲ ਜਾ ਰਹੇ ਹਾਂ। ਤੇ ਅਸੀਂ ਕੀ ਲਿਜਾ ਰਹੇ ਹਾਂ? ਅਸੀਂ ਸ਼ਾਇਦ ਅਨਸਕਿਲਡ ਜਾਂ ਛੋਟੀ ਜਿਹੀ ਸਕਿੱਲ ਲੈ ਕੇ ਜਾ ਰਹੇ ਹਾਂ। ਤੇ ਸਾਡੇ ਕੋਲ ਉਵੇਂ ਦੀਆਂ ਜੌਬਸ ਆਉਂਦੀਆਂ, ਫਿਰ ਇੱਧਰ ਉਹੋ ਜਿਹੀਆਂ ਜੌਬਸ ਆਉਣਗੀਆਂ। ਮੈਂ ਕਹੀ ਨਾ ਕਿ ਜਿਵੇਂ ਹੁਣ ਸਾਡੇ ਪੰਜਾਬ 'ਚ ਜਾਂਦੇ ਨੇ, ਪਿੱਛੇ ਗੱਡੀਆਂ ਖੜੀਆਂ ਨੇ ਉਹਨਾਂ ਦੀਆਂ, ਬਾਈਕ ਖੜੀਆਂ ਨੇ, ਲੋੜ ਹੈ ਨਹੀਂ,
ਉਹ ਪਿੱਛੇ ਐਂ ਖੜੀ ਜਾਂਦੇ ਹਾਂ। ਤੇ ਕੀ ਸਿੱਖ ਕੇ ਜਾ ਰਹੇ ਨੇ, ਛੋਟੇ ਸਕਿੱਲ ਕੀ ਹੇਅਰ ਵਾਲ ਕਿਵੇਂ ਕੱਟਣੇ ਨੇ। ਬਿਲਕੁਲ। ਆਈ ਨੋ ਕਿ ਵਾਲ ਦੇ ਪੈਸੇ ਬਹੁਤ ਮਿਲਦੇ ਨੇ ਉੱਥੇ ਨਾ, ਪਰ ਜਿੰਨੇ ਤੁਸੀਂ ਇੱਧਰਲੇ IT ਵਾਲੇ ਜਿਹੜੇ ਪੜ੍ਹ ਕੇ ਜਾ ਰਹੇ ਨੇ, ਜਿਹਨੇ ਕਿੰਨੇ 90 100 ਡਾਲਰ ਇੱਕ ਘੰਟੇ ਦਾ ਚਾਰਜ ਕਰਦੇ ਹੋਣਗੇ ਉਹ, ਬਿਲਕੁਲ। ਉੱਥੇ ਆਪਾਂ 15 20 25 30 50 ਡਾਲਰ ਤੱਕ ਜੇ ਆਪਾਂ ਵਧੀਆ ਸਕਿੱਲ ਆਉਂਦੀ ਹੈ, ਪਲੰਬਰ ਵਰਕ, ਕੋਈ ਵਾਲ ਕੱਟਣ ਵਾਲਾ ਕੰਮ, ਇਹ ਮਤਲਬ ਛੋਟੇ ਕੰਮ ਹੈ ਨਾ, ਛੋਟਾ ਕੰਮ ਚਲੋ ਕੋਈ ਵੀ ਨਹੀਂ, ਹਾਂ। ਬਟ ਐਜ਼ ਕੰਪੇਅਰ ਟੂ ਦੇਖਿਆ ਜਾਵੇ ਜੇ ਸਕਿਲਡ ਔਰ ਜਿਹਨੂੰ ਪ੍ਰੋਫੈਸ਼ਨਲ ਕਹਿ ਦਿੰਦੇ ਨਾ ਅਸੀਂ, ਉਹਦੇ 'ਚ ਫਰਕ। ਉਹ ਵੀ ਇੱਕ ਦੂਸਰਾ ਕੀ ਹੈ ਨਾ, ਆਪਣੇ ਹੁਣ ਜਿਵੇਂ ਆਪਾਂ ਥੋੜੀ ਦੇਰ ਪਹਿਲੇ ਵੀ ਗੱਲ ਕਰ ਰਹੇ ਸੀ ਜੀ, ਇੱਕ ਨਾ ਸੋਸ਼ੋ ਇਕਨੋਮਿਕ ਸਿਸਟਮ ਹੁੰਦਾ ਹੈ ਨਾ ਹਰ ਇੱਕ ਸਮਾਜ ਦਾ ਨਾ। ਸਾਡਾ ਸੋਸ਼ੋ ਇਕਨੋਮਿਕ ਸਿਸਟਮ ਦੇ ਵਿੱਚ ਨਾ ਇਕਨੋਮਿਕ ਪ੍ਰੋਬਲਮ ਸਾਡੀ ਘੱਟ ਹੈ, ਸਾਡੀ ਸੋਸ਼ਲ ਪ੍ਰੈਸ਼ਰ ਜ਼ਿਆਦਾ ਬਾਹਰ ਜਾਣ ਦਾ। ਹਾਂ, ਚਾਚੇ ਦਾ ਮੁੰਡਾ ਚਲਾ ਗਿਆ ਮੈਂ ਵੀ ਜਾਊਂਗਾ, ਹਾਂ, ਵੀ ਉਹ ਫਲਾਣਾ ਗਿਆ ਤੇ ਅਸੀਂ ਕਿਉਂ ਨਹੀਂ ਜਾਣਾ। ਔਰ ਦੂਸਰਾ ਕੀ ਹੈ ਕਿ ਸਾਡਾ ਸੋਸ਼ਲ ਸਿਸਟਮ ਜਿਹੜਾ ਹੈ ਨਾ, ਉਹ 'ਚ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਹੈ ਕਿ ਮੈਂ ਮਾੜਾ ਨਹੀਂ, ਆਪਾਂ ਹਾਂ ਤਕੜੇ ਆ, ਗਏ ਆ ਉੱਤੇ। ਉਹਦੇ ਬਾਅਦ ਕਈ ਨੇ, ਹਾਂ, ਉਹ ਕਈ ਲੋਕ ਰੋਂਦੇ ਦੇਖੇ ਆ ਬਾਹਰ ਜਾ ਕੇ ਵੀ। ਹੁਣ ਮੇਰਾ ਆਫਿਸ ਹੈ, ਦੁਬਈ ਆਫਿਸ ਹੈ, ਮੇਰਾ ਨਿਊ ਜਰਸੀ ਆਫਿਸ ਹੈ, ਲੰਡਨ ਵੀ ਹੈ। ਔਰ ਜਦੋਂ ਅਸੀਂ ਉੱਥੇ ਜਾਈਦਾ ਤੇ ਅਕਸਰ ਫਿਰ ਗੁਰਦੁਆਰੇ ਐਤਵਾਰ ਨੂੰ ਜਾਈਦਾ, ਉੱਥੇ ਕਈ ਬੱਚਾ ਉੱਥੇ ਬੈਠਾ ਹੁੰਦਾ ਹੈ। ਤਾਂ ਪੰਜਾਬੀ ਹੈ ਜ਼ਿਆਦਾਤਰ, ਪੰਜਾਬੀ ਬੰਦੇ ਸਾਰੇ ਪੰਜਾਬੀ, 99% ਪੰਜਾਬੀ ਹੈ ਜਿਹੜਾ ਉੱਥੇ ਰੋ ਰਿਹਾ ਹੁੰਦਾ ਹੈ। ਜਿਹੜਾ ਦੂਸਰਾ ਆਂਦਾ ਹੈ ਉਹ ਲੰਗਰ ਖਾਣ ਆਂਦਾ ਉਦੋਂ, ਕਿਉਂਕਿ ਉਹ ਕਹਿੰਦਾ ਵੀ ਅੱਜ ਨਾ ਮੈਨੂੰ ਲੰਗਰ ਮਿਲ ਜੇ, ਕਿਉਂਕਿ ਉਹ ਪੜ੍ਹ ਰਿਹਾ ਉਸ ਵੇਲੇ ਨਾ, ਉਹਦੀ ਇਨਕਮ ਘੱਟ ਹੈਗੀ ਆ ਜਾਂ, ਤੇ ਉਹ ਕਹਿੰਦਾ ਚੱਲ ਇੱਕ ਫ੍ਰੀ ਦਾ ਲੰਗਰ ਮਿਲਦਾ ਹੈ ਉਹਦੇ ਵਾਸਤੇ। ਸਾਡਾ ਜਿਹੜਾ 90% ਬੱਚਾ ਹੈ ਨਾ, ਉਹ ਉੱਥੇ ਬੈਠਾ ਰੋ ਰਿਹਾ ਹੁੰਦਾ, ਉਹ ਕਹਿੰਦਾ ਮੈਂ ਆਇਆ ਇੱਥੇ ਹੁਣ ਕੁਝ ਬਣ ਨਹੀਂ ਰਿਹਾ, ਮੈਂ ਕੀ ਕਰਾਂ, ਪ੍ਰੈਸ਼ਰ ਹੈ, ਕਰਜ਼ੇ ਚੱਕ ਕੇ ਲੈ ਕੇ ਆਏ, ਕਰਜ਼ੇ ਵੀ ਚੱਕ ਕੇ ਲੈ ਕੇ ਆਏ ਨੇ ਜਾਂ ਜ਼ਮੀਨਾਂ ਵੇਚ ਕੇ ਆਏ ਆ। ਔਰ ਉਹਨਾਂ ਦੇ ਬੱਚੇ ਜਿਹੜੇ ਨੇ, ਸਪੈਸ਼ਲੀ ਫॉर दैट ਮੈਟਰ ਅਸੀਂ ਸਾਊਥ ਇੰਡੀਅਨਸ ਕਹਿ ਦਿੰਦੇ ਆ ਨਾ, ਉਹ ਬੱਚੇ ਉਹ ਉੱਥੇ ਆਪਣੀ ਡਿਗਰੀਆਂ 'ਚ ਲੱਗੇ ਹੋਏ ਨੇ। ਉਹਨਾਂ ਨੂੰ ਪਤਾ ਹੀ ਆ ਵੀ ਅਸੀਂ ਜਦੋਂ ਤੱਕ ਸਾਡਾ ਫਾਈਨਲ ਸਮੈਸਟਰ ਆਣਾ, ਅਸੀਂ ਕਿਤੇ ਨਾ ਕਿਤੇ ਕੈਂਪਸ 'ਚੋਂ ਸਿਲੈਕਟ ਹੋ ਜਾਣਾ, ਉਹ ਸਾਡੀ ਕਹਾਣੀ ਬਣ ਜਾਣੀ ਹੈਗੀ ਹੈ ਨਾ। ਔਰ ਨਾਲੇ ਦੂਸਰਾ ਕੀ ਹੈ, ਜਿਸ ਤਰ੍ਹਾਂ ਦਾ ਸਾਡਾ ਸੋਸ਼ਲ ਸਿਸਟਮ ਹੋਏਗਾ, ਉਸ ਤਰ੍ਹਾਂ ਦਾ ਸਾਡਾ ਸਰਕਲ ਹੋਏਗਾ। ਬਿਲਕੁਲ ਜੀ। ਤੇ ਉਹਨਾਂ ਦੇ ਜਿਹੜੇ ਨੇ ਆਲਰੇਡੀ ਉਹਨੇ ਪ੍ਰੋਫੈਸ਼ਨਲਸ ਹੈਗੇ ਨੇ ਉੱਥੇ, ਉਹਨਾਂ ਦੇ ਰਿਸ਼ਤੇਦਾਰ ਜਾਂ ਮਹੱਲੇ ਵਾਲੇ ਜਾਂ ਸ਼ਹਿਰਾਂ ਵਾਲੇ ਉਹ ਉੱਥੇ ਬੈਠੇ ਹੋਏ ਨੇ। ਮੇਰਾ ਸਰਕਲ ਟਰੱਕਾਂ ਵਾਲਾ ਹੀ ਆ, ਮੇਰੇ ਯਾਰ ਦੋ ਸਾਰੇ ਉਹੀ ਕੰਮ ਕਰਦੇ ਨੇ। ਹਾਂ, ਜਿਹੜੇ ਹੈ ਐਬਸੋਲੂਟਲੀ। ਤੇ ਹੁਣ ਮੈਂ ਉਸੇ ਸੋਸ਼ਲ ਸਰਕਲ 'ਚ ਮੈਂ ਘੁੰਮਣਾ ਤੇ ਉਹੀ ਮੈਂ ਆਈਡਲਾਈਜ਼ ਕਰ ਰਿਹਾ। ਇੱਥੇ ਹੁਣ ਉਹ ਸਰਕਲ ਹੈ ਤੇ ਉਹ ਉਹਨਾਂ ਨੂੰ ਆਈਡਲਾਈਜ਼ ਕਰਦੇ। ਮਤਲਬ ਮੈਂ ਸਿੰਪਲ ਐਗਜ਼ਾਮਪਲ ਦੱਸਦਾ, ਮੇਰਾ ਪਰਸਨਲ ਐਕਸਪੀਰੀਅੰਸ ਰਿਹਾ। ਮੈਂ ਵਿਪਰੋ 'ਚ ਹੈਦਰਾਬਾਦ ਲੋਕੇਸ਼ਨ ਹੈਡ ਕਰਦਾ ਸੀਗਾ, ਤੇ ਵਿਪਰੋ ਦਾ ਕੈਂਪਸ ਇੰਟਰਵਿਊ, ਕੈਂਪਸ ਸਿਲੈਕਸ਼ਨ ਦਾ ਵੀ ਮੈਂ ਹੈਡ ਸੀਗਾ, ਕੈਂਪਸ ਰਿਕਰੂਟਮੈਂਟ ਦਾ। ਤੇ ਮੈਨੂੰ ਬੜਾ ਮੈਂ ਉਦੋਂ ਨਾ ਇਕੱਲਾ ਸਰਦਾਰ ਹੁੰਦਾ ਸੀ ਜਿਹੜਾ ਦਸਤਾਰ ਵਾਲਾ, ਤੇ ਵਿਪਰੋ 'ਚ ਸੀਗਾ, ਤੇ ਬਾਕੀ ਮੈਨੂੰ ਦਸਤਾਰਾਂ ਨਹੀਂ ਦਿਖਦੀਆਂ ਸੀਗੀਆਂ ਉਦੋਂ। ਭੁਪਿੰਦਰ ਉਹਨਾਂ ਨੂੰ ਪਤਾ ਹੋਏਗਾ, ਕਾਫੀ ਸਾਰੇ ਲੋਕ ਉਦੋਂ ਨਾ ਆਏ। ਮੈਂ ਆਪਣੇ ਹੱਥੀਂ ਮੇਰੇ ਖਿਆਲ ਨਾਲ ਘੱਟੋ ਘੱਟ ਨਹੀਂ ਤੇ 3,500 ਦੇ ਬੱਚਾ, ਸਰਦਾਰ ਬੱਚਾ ਜਿਹੜਾ ਨਾ, ਜਿਹਨੂੰ ਕਹਿੰਦੇ ਪੰਜਾਬੀ, ਪੰਜਾਬ ਤੋਂ ਬਾਹਰ ਲਿਆਂਦਾ ਹੈ ਕੈਂਪਸਸ ਦੇ ਵਿੱਚ ਹਾਇਰ ਕਰਕੇ। ਤੇ ਚਲੋ ਅਸੀਂ ਪਹਿਲੀ ਵਾਰੀ ਗਏ ਖਾਲਸਾ ਕਾਲਜ ਅੰਮ੍ਰਿਤਸਰ, ਤੇ ਮੇਰੇ ਨਾਲ ਸਾਰਾ ਜਿਹੜਾ ਟੈਕਨੀਕਲ ਇੰਟਰਵਿਊ ਪੈਨਲ ਸੀਗਾ, ਓਬਵੀਅਸਲੀ ਉਹ ਸਾਰੇ ਇੱਥੋਂ ਦੇ ਸੀਗੇ, ਤਮਿਲਨਾਡੂ ਦੇ, ਆਂਧਰਾ ਦੇ, ਕਰਨਾਟਕਾ ਦੇ। ਤੇ ਉਹਨਾਂ ਨੂੰ ਪੰਜਾਬ ਦੇਖਣ ਦਾ ਬੜਾ ਸ਼ੌਂਕ ਸੀਗਾ, ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲੈ ਗਏ। ਤੇ ਔਰ ਕਿਉਂਕਿ ਮੈਂ ਹੈਡ ਕਰਦਾ ਸੀਗਾ, ਤੇ ਮੇਰਾ ਇੱਕ ਹੁੰਦਾ ਸੀ, ਮੈਂ ਇੱਕ ਰੂਮ 'ਚ ਬੈਠਾ ਹੈ, ਉਹ ਕੰਟਰੋਲ ਰੂਮ ਹੋ ਗਿਆ, ਬਾਕੀ ਸਾਰੇ ਇੰਟਰਵਿਊਜ਼ ਲੈ ਰਹੇ ਨੇ, ਔਰ ਹਰ 1 ਘੰਟੇ ਬਾਅਦ ਉਹਨਾਂ ਨੇ ਆ ਕੇ ਫੀਡਬੈਕ ਦੇਣਾ ਵੀ ਕਿਵੇਂ ਚੱਲ ਰਿਹਾ। ਤੇ 3 ਘੰਟੇ ਬਾਅਦ ਨਾ ਉਹ ਸਾਰੇ ਆਏ, ਕਹਿੰਦੇ ਜੀਪੀ ਸਰ ਇੱਕ ਗੱਲ ਕਰਨੀ ਤੁਹਾਡੇ ਨਾਲ। ਮੈਂ ਕੀ? ਹੁਣ ਕੋਈ ਵੀ ਨਾ ਫਰੈਸ਼ਰ ਦੀ ਕੋਈ ਇੰਟਰਵਿਊ ਹੁੰਦੀ ਆ, ਜਾਂ ਕੋਈ ਵੀ ਇੰਟਰਵਿਊ ਹੁੰਦੀ ਆ, ਉਹ 'ਚ ਇੱਕ ਸਵਾਲ ਹੁੰਦਾ ਹੈ ਵੀ ਵਾਟ ਇਜ਼ ਦੈਟ ਯੂ ਵਾਂਟ ਟੂ ਬਿਕਮ ਡਾਊਨ ਦਾ ਲਾਈਨ, ਤੁਸੀਂ ਮਤਲਬ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਹੋ। ਤੇ ਉਹ ਮੈਨੂੰ ਆ ਕੇ ਕਹਿੰਦੇ ਜੀਪੀ ਸਾਹਿਬ ਆਪਾਂ ਨਾ ਤਕਰੀਬਨ 70-80 ਇੰਟਰਵਿਊਜ਼ ਲੈ ਲਈਆਂ ਪਿਛਲੇ 3 ਘੰਟੇ 'ਚ। ਅੱਛਾ। ਉਹ 90% ਬੱਚਾ ਕਹਿੰਦਾ ਹੈ ਵੀ ਮੈਂ ਨਾ ਫੇਮਸ ਹੋਣਾ ਚਾਹੁੰਦਾ। ਕਹਿੰਦਾ ਅਸੀਂ ਕਿਤੇ ਨਹੀਂ ਦੇਖਿਆ ਇਹ ਗੱਲ, ਅਸੀਂ ਕਿਉਂਕਿ ਅਸੀਂ ਆਲ ਓਵਰ ਇੰਡੀਆ ਹਾਇਰਿੰਗ ਕਰਦੇ ਸੀਗੇ। ਕਹਿੰਦਾ ਇਹ ਜਵਾਬ ਆਉਂਦਾ ਨਹੀਂ ਦੇਖਿਆ। ਕੋਈ ਕਹੇਗਾ ਵੀ ਮਤਲਬ ਮੈਂ ਪ੍ਰੋਜੈਕਟ ਮੈਨੇਜਰ ਬਣਨਾ ਚਾਹੁੰਦਾ ਹੈ, ਕੋਈ ਕਹੇਗਾ ਮੈਂ ਟੈਕਨੀਕਲ ਹੈਡ ਬਣਨਾ ਚਾਹੁੰਦਾ, ਜਾਂ ਕੋਈ ਵੀ ਇਸ ਟਾਈਪ ਦੀ। ਕਹਿੰਦਾ ਇੱਥੇ ਹਰ ਬੱਚਾ ਕਹਿੰਦਾ ਮੈਂ ਫੇਮਸ ਹੋਣਾ ਚਾਹੁੰਦਾ। ਤੇ ਕਹਿੰਦਾ ਇਹ ਬੜਾ ਨਾ ਯੂਨੀਕ ਜਿਹਾ ਆਨਸਰ ਆ ਰਿਹਾ। ਤੇ ਉਦੋਂ ਨਾ ਉੱਥੇ ਪਲੇਸਮੈਂਟ ਹੈਡ ਹੁੰਦੇ ਸਨ ਮਿਸਟਰ ਰਜਨੀਸ਼ ਅਰੋੜਾ, ਬਾਅਦ ਚੋਂ PTU ਦੇ ਵਾਈਸ ਚਾਂਸਲਰ ਵੀ ਬਣੇ, ਤੇ ਉਹ ਮੇਰੀ ਕਾਫੀ ਉਹਨਾਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਸੀਗੇ। ਤੇ ਉਹਨਾਂ ਨਾਲ ਮੇਰੀ ਅੱਛੀ ਸੀ, ਤੇ ਮੈਂ ਨਾ ਉਹਨਾਂ ਨੂੰ ਬੁਲਾ ਲਿਆ। ਮੈਂ ਕਿਹਾ ਅਰੋੜਾ ਸਾਹਿਬ ਜਰਾ ਹੈ ਨਾ, ਮੇਰੇ ਬੰਦਿਆਂ ਦੀ ਕਸ਼ਮਕਸ਼ 'ਚ ਪੈ ਗਏ ਨੇ ਵੀ ਇਹ ਫੇਮਸ ਦਾ ਕੀ ਸਟੋਰੀ ਹੈਗੀ ਹੈ ਨਾ, ਕਿਉਂ ਸਾਰੇ ਫੇਮਸ ਹੋਣਾ ਚਾਹੁੰਦੇ ਆ, ਔਰ ਇਹ ਹੀ ਸਪੈਸੀਫਿਕ ਆਨਸਰ ਕਿਉਂ ਆ ਰਿਹਾ। ਤੇ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਪ੍ਰਿੰਸੀਪਲ ਸਾਹਿਬ ਸਨ, 1-2 HOD ਸੀਗੇ, ਉਹ ਬੁਲਾ ਲਏ।
ਕਹਿੰਦੇ ਗੁਰਿੰਦਰ ਜੀ ਤੁਸੀਂ ਆਏ ਹੈਗੇ ਹੋ ਸਾਊਥ ਇੰਡੀਆ ਤੋਂ, ਹੂੰ ਉੱਥੇ ਤੁਹਾਡਾ ਜਿਹੜਾ ਐਲੂਮਨਾਈ ਹੈ ਔਰ ਤੁਹਾਡੇ ਬੱਚੇ ਦਾ ਜਿਹੜਾ ਰਿਸ਼ਤੇਦਾਰ ਹੈ, ਚਾਚਾ ਤਾਇਆ ਭੂਆ ਫੁੱਫੜ ਮਾਸੀ ਮਾਸੜ, ਉਹ ਜਾਂ ਤੇ ਕਾਰਪੋਰੇਟ ਵਰਲਡ 'ਚ ਬੈਠਾ ਹੋਇਆ ਹੈ, ਜਾਂ ਉਹ ਕਿਸੇ ਜੇ ਮੰਨ ਲਓ ਜੇ ਸਰਕਾਰੀ ਅਦਾਰੇ 'ਚ ਵੀ ਬੈਠਾ ਹੈ ਤੇ ਉਹ ਉੱਚੇ ਅਹੁਦੇ ਤੇ ਬੈਠਾ ਹੋਇਆ, ਕੁਝ ਕਰ ਰਿਹਾ ਹੈ ਨਾ, ਤੇ ਉਹ ਉਹਨਾਂ ਨੂੰ ਆਈਡਲਾਈਜ਼ ਕਰ ਰਿਹਾ ਬਿਲਕੁਲ ਜੀ, ਹੈ ਨਾ। ਸਾਡੇ ਇੱਥੇ ਅਨਫੋਰਚੂਨੇਟਲੀ ਉਹ ਜਿਹੜਾ ਟ੍ਰੈਂਡ ਚੱਲਦਾ ਹੈ ਕਿ ਸਾਡੇ ਕੋਲ ਹੈਗਾ ਮਿਊਜ਼ਿਕ ਇੰਡਸਟਰੀ, ਸਿੰਗਰ ਹੈ ਨਾ, ਸਿੰਗਰ ਨੇ, ਤੇ ਉਹ ਸਿੰਗਰ ਜਦੋਂ ਬਣਦਾ ਹੈ ਤੇ ਉਹ ਕੀ ਬਣਦਾ ਹੈ, ਉਹ ਸਿੰਗਰ ਨਹੀਂ ਬਣਦਾ, ਉਹ ਫੇਮਸ ਬਣਦਾ ਹੈ ਨਾ। ਸਿੰਗਰ ਤੇ ਹਰੇਕ ਬੰਦਾ ਹੁੰਦਾ ਹੈ, ਇੱਕ ਫੇਮਸ ਹੁੰਦਾ ਹੈ, ਇੱਕ ਫੇਮਸ ਨਹੀਂ ਹੁੰਦਾ। ਹੁਣ ਇਹਨਾਂ ਨੂੰ ਆਈਡਲਾਈਜ਼ ਕਰਨ ਵਾਸਤੇ ਉਹਨਾਂ ਦੇ ਰੋਲ ਮਾਡਲਸ ਨੇ ਸਿੰਗਰਸ ਜਾਂ ਕਾਮੇਡੀਅਨਸ, ਤੇ ਹੁਣ ਉਹ ਬੱਚੇ ਵਾਸਤੇ ਸਕਸੈਸਫੁਲ ਹੋਣਾ ਮਤਲਬ ਫੇਮਸ ਹੋਣਾ ਹੈ। ਉਹਦੇ ਵਾਸਤੇ ਉਹ ਨਹੀਂ ਹੈਗਾ ਕਿ ਮੈਂ ਫਲਾਣੇ ਅਹੁਦੇ ਤੇ ਬਹਿਣਾ ਹੈ ਜਾਂ ਫਲਾਣੀ ਆਰਗੇਨਾਈਜੇਸ਼ਨ 'ਚ ਇਸ ਲੈਵਲ 'ਚ ਜਾਣਾ ਹੈ, ਉਹ ਨਹੀਂ ਹੈਗਾ, ਕਿਉਂਕਿ ਉਹਦਾ ਰੋਲ ਮਾਡਲ ਹੀ ਨਹੀਂ ਹੈਗਾ ਉਹਦੇ ਸਾਹਮਣੇ। ਇਹ ਅਸੀਂ ਇਹੀ ਗੱਲ ਕੱਲ ਕਰਦੇ ਪਏ ਸੀ, ਜਿਵੇਂ ਹੁਣ ਦੇਖੋ ਉਹੀ ਨਾ ਕਿ ਸਾਡੇ ਰੋਲ ਮਾਡਲ ਹੁਣ ਜੇ ਮੰਨ ਲਓ ਆਪਾਂ ਦਿਲਜੀਤ ਦੀ ਹੈ, ਦਿਲਜੀਤ ਆਪਣਾ ਕਹਿ ਸਕਦੇ ਹੋ ਸਿੰਗਰ ਐਕਟਰ ਵੱਡਾ ਸਰਦਾਰ ਬੰਦਾ ਆ, ਜੇ ਕੋਈ ਸਾਬ ਸੂਰਤ ਬੰਦਾ ਦਿਲਜੀਤ ਜਿੱਡਾ ਹੋਵੇਗਾ ਹਨਾ, ਦਾੜਾ ਰੱਖਿਆ ਹੋਵੇ, ਖੁੱਲਾ ਦਾੜਾ ਹੋਵੇ, ਸੋਹਣੀ ਪੱਗ ਹੋਵੇ, ਉਹਨੂੰ ਦੇਖ ਕੇ ਕਿਉਂ ਨਹੀਂ ਪੰਜਾਬ ਦੇ ਬੰਦੇ ਜਾਂ ਪੰਜਾਬ ਤੋਂ ਬਾਹਰ ਵਾਲੇ ਬੰਦੇ ਪੱਗਾਂ ਬੰਨ੍ਹਣ ਲੱਗਣਗੇ, ਦਾੜਾ ਰੱਖਣਾ ਸ਼ੁਰੂ ਕਰਨਗੇ। ਬਿਲਕੁਲ ਸਾਡੇ ਕੋਲ ਵੱਡੇ ਆਈਡਲਸ ਹੀ ਨਹੀਂ ਹੈਗੇ। ਨਹੀਂ, ਸਾਡੇ ਕੋਲ ਆਈਡਲ ਹੈਗੇ ਪਰ ਅਸੀਂ ਨਾ ਉਹਨਾਂ ਨੂੰ ਸ਼ਾਇਦ ਦਿਖਾ ਨਹੀਂ ਪਾ ਰਹੇ ਸਹੀ ਤਰੀਕੇ ਨਾਲ। ਇਹ ਚੱਕਰ ਦਾ ਪੋਡਕਾਸਟ ਚੱਲ ਰਿਹਾ ਜੀ, ਦਿਖਾਉਣ ਵਾਸਤੇ ਹੈਗਾ। ਸਾਡਾ ਡੂਅਲ ਸਟੈਂਡਰਡ ਹੈਗਾ, ਅਸੀਂ ਨਾ ਦਿਖਾ ਨਹੀਂ ਪਾਉਂਦੇ। ਕਿਉਂਕਿ ਥੋੜਾ ਦੱਸੋ ਆਈਡਲਸ ਕਿਹੜੇ ਕਿਹੜੇ ਹੋਣੇ ਚਾਹੀਦੇ ਨੇ, ਕਿਹੜੇ ਕਿਹੜੇ ਹੈਗੇ ਨੇ, ਸਾਨੂੰ ਮੈਨੂੰ ਨਹੀਂ ਪਤਾ। ਲੱਭਕ ਲਈ ਹੁਣ ਅੱਜ ਦੀ ਤਰੀਕ 'ਚ ਤੇ ਸਭ ਤੋਂ ਵੱਡੇ ਜਿਹੜੇ ਹਰ ਬੰਦੇ ਦੀ ਜ਼ੁਬਾਨ ਤੇ ਹੈ, ਅਜੇ ਸਿੰਘ ਬਾਂਗਾ ਸਾਡੇ ਕੋਲ ਹੈਗੇ ਨੇ, ਵਰਲਡ ਬੈਂਕ ਦੇ ਇਸ ਵੇਲੇ ਉਹ ਹੈ ਨਾ, ਤੇ ਤੁਸੀਂ ਆਪਣੇ ਡਿਫੈਂਸ ਸਰਵਿਸਿਜ਼ 'ਚ ਦੇਖ ਲਓ ਵੀ ਜਿੰਨੇ ਵੀ ਜਨਰਲ ਹੋਏ ਨੇ ਉਹਨਾਂ 'ਚ ਜਿੰਨੇ ਵੀ ਦਸਤਾਰਾਂ ਵਾਲੇ ਹੋਏ ਨੇ ਉਹ ਕਿੱਥੋਂ ਤੱਕ ਪਹੁੰਚੇ ਨੇ। ਸਾਡੇ ਕੋਲ ਇਕਨੋਮਿਸਟ ਹੋਏ ਨੇ ਇੰਨੇ ਵੱਡੇ ਵੱਡੇ, ਅਮੁਲ ਦੇ ਚੇਅਰਮੈਨ ਜਿਹੜੇ ਰਾਸ਼ਟ ਮੈਨੇਜਿੰਗ ਡਾਇਰੈਕਟਰ ਰਿਟਾਇਰ ਹੋਏ ਨੇ ਉਹ ਸਿੱਖ ਸੀਗੇ, ਅਸੀਂ ਅਪੋਲੋ ਟਾਇਰ ਵਾਲੇ ਜਿਹੜੇ ਹੈਗੇ ਨੇ ਉਹ ਸਿੱਖ ਨੇ, ਹੈ ਨਾ, ਤੇ ਉਹ ਪ੍ਰੋਫੈਸ਼ਨਲ ਇੰਨੇ ਵੱਡੇ ਨੇ, ਉਹਨਾਂ ਨੇ ਇੰਨੀ ਵੱਡੀ ਵੱਡੀ ਆਰਗੇਨਾਈਜੇਸ਼ਨਸ ਬਣਾਈਆਂ, ਬਟ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਇਸ ਭੀੜ 'ਚ, ਕਿਉਂਕਿ ਉਹਨਾਂ ਨੂੰ ਇਸ ਭੀੜ 'ਚ ਜਗ੍ਹਾ ਨਹੀਂ ਮਿਲੀ, ਜਾਂ ਉਹ ਸ਼ਾਇਦ ਇਸ ਭੀੜ 'ਚ ਨਹੀਂ ਆਉਣਾ ਚਾਹੁੰਦੇ ਸੀ ਜਿੱਥੇ ਅਸੀਂ ਸਿਰਫ ਵਿਦ ਆਲ ਡਿਊ ਰਿਸਪੈਕਟ ਅਸੀਂ ਸਿਰਫ ਸਰੂਪ ਦੇ ਉੱਪਰ ਬਹੁਤ ਜ਼ਿਆਦਾ ਕਰਕੇ ਉੱਥੇ ਰੱਖਤਾ, ਬਟ ਉਹ ਪ੍ਰੋਫੈਸ਼ਨਲ ਨੂੰ ਅਸੀਂ ਅੱਗੇ ਨਹੀਂ ਲਿਆਂਦਾ ਕਦੀ। ਉਹਨੂੰ ਲਿਆਂਦੇ, ਉਹਨਾਂ ਨੂੰ ਅਸੀਂ ਬਣਾਉਂਦੇ ਆਪਣੇ ਰੋਲ ਮਾਡਲ, ਅਸੀਂ ਆਪਣੇ ਸੋਸ਼ਲ ਜਿਹੜੇ ਜਾਂ ਸਾਡੇ ਧਾਰਮਿਕ ਜਿਹੜੇ ਸਟੇਜ ਹੈਗੇ ਨੇ ਉਹਨਾਂ ਤੇ ਉਹਨਾਂ ਨੂੰ ਲਿਆ ਕੇ ਅਸੀਂ ਅੱਗੇ ਸਨਮਾਨ ਕਰਦੇ। ਹੁਣ ਦੇਖੋ ਤੁਸੀਂ ਜਿੰਨਾ ਨਾਮ ਲੈਣੇ ਮੈਨੂੰ ਸਾਰਿਆਂ ਦੇ ਚਿਹਰੇ ਅੱਗੇ ਆ ਰਹੇ ਨੇ, ਕਿਉਂਕਿ ਮੇਰੇ ਨਾਲ ਪਿੱਛੇ ਉਹਦੀ ਯੂਕੇ ਵਾਲਿਆਂ ਨੇ ਕੱਢੀ ਸੀ ਨਾ ਟੌਪ 100 ਪਾਵਰਫੁਲ 6, ਉਹਨਾਂ 'ਚ ਲਗਭਗ ਸਾਰਿਆਂ ਦੇ ਨਾਮ ਹੈਗੇ ਨੇ ਜੀ, ਸੌਰੀ। ਤੇ ਹੈ ਜੀ ਇਹ ਚੀਜ਼ ਹੈ। ਮੈਂ ਹੁਣ ਆਪਣੇ ਟੀਮ ਮੈਂਬਰ ਨੂੰ ਹੀ ਪੁੱਛਿਆ, ਮੈਂ ਕਿਹਾ ਕਿ ਕੱਲ ਹੀ ਪੁੱਛ ਰਿਹਾ ਸੀ, ਮੈਂ ਕਿਹਾ ਤੁਸੀਂ ਆਪਣਾ ਈਵਨ ਯਾਰ ਆਪਣੇ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ ਬਾਰੇ ਵੀ ਲੋਕਾਂ ਨੂੰ ਨਹੀਂ ਪਤਾ। ਬਿਲਕੁਲ ਨਹੀਂ ਪਤਾ, ਬਿਲਕੁਲ। ਹੁਣ ਤੁਸੀਂ ਜਦੋਂ ਇਹ ਗੱਲ ਕਰ ਰਹੇ ਸੀ ਸਿੰਗਰ ਵਾਲੀ, ਤੇ ਕਰਟਸੀ ਮੇਰਾ ਪ੍ਰੋਫੈਸ਼ਨ, ਔਰ ਕਿਉਂਕਿ ਮੈਂ ਛੋਟੇ ਸ਼ਹਿਰ ਤੋਂ ਆਉਣਾ ਤੇ ਉਹ ਕਈ ਬੱਚੇ ਜਿਹੜੇ ਨੇ ਆ, ਕਈ ਆਪਣੇ ਜਿਹੜੇ ਸਮਾਜ ਉਹ ਨਾ ਕਰੀਅਰ ਕਾਉਂਸਲਿੰਗ ਵਾਸਤੇ ਮੇਰੇ ਕੋਲ ਆਉਂਦੇ ਜੀ ਜੀ। ਇੱਕ ਲੜਕਾ ਤਕਰੀਬਨ 5 ਸਾਲ ਪਹਿਲੇ ਇੱਥੇ ਆਇਆ, ਸਾਡੇ ਭਿਲਾਈ ਦਾ ਹੀ ਸੀਗਾ, ਤੇ ਉਹ ਨਾ ਕੈਨੇਡਾ ਜਾ ਰਿਹਾ ਸੀ ਹਾਇਰ ਐਜੂਕੇਸ਼ਨ ਵਾਸਤੇ, ਤੇ ਮੈਂ ਉਹਨੂੰ ਪੁੱਛਿਆ ਬੇਟਾ ਕੀ ਕਰਨਾ ਹੈ, ਕਹਿੰਦਾ ਹੁਣ ਓਬਵੀਅਸਲੀ ਉਹ ਕਿਉਂਕਿ ਅਸੀਂ ਵੱਡੇ ਆ ਤੇ ਉਹਦਾ ਫਾਦਰ ਜਿਹੜਾ ਸਾਡੇ ਤੋਂ 1-2 ਸਾਲ ਛੋਟਾ ਹੋਏਗਾ, ਤੇ ਕਹਿੰਦਾ ਤਾਇਆ ਜੀ ਮੈਂ ਨਾ ਉੱਥੇ ਜਾ ਕੇ ਨਾ ਮਿਊਜ਼ਿਕ ਦਾ ਕੋਰਸ ਕਰਨਾ ਹੈ। ਤੇ ਮੈਂ ਕਿਹਾ ਕਿਉਂ? ਕਹਿੰਦਾ ਉਹਦਾ ਨਾਲ ਚਾਚਾ ਆਇਆ ਸੀ, ਕਹਿੰਦਾ ਭਾਜੀ ਹੈ ਨਾ ਮੁੰਡਾ ਸਿੰਗਰ ਬਣਨਾ ਚਾਹੁੰਦਾ। ਤੇ ਮੈਂ ਉਹਨੂੰ ਸਮਝਾਇਆ ਵੀ ਮੈਂ ਕਿਹਾ ਯਾਰ ਸਿੰਗਰ ਬਣਨ 'ਚ ਕੋਈ ਉਹ ਨਹੀਂ ਹੈਗਾ, ਮਤਲਬ ਕੋਈ ਬੁਰੀ ਚੀਜ਼ ਨਹੀਂ ਆ, ਸਿੰਗਰ ਹੋਣਾ ਚਾਹੀਦਾ ਤੁਹਾਨੂੰ, ਇਹ ਤੇ ਕਲਾ ਹੈਗੀ ਆ, ਉਹਦੀ ਇੱਜ਼ਤ ਵੀ ਹੁੰਦੀ ਆ। ਤੇ ਮੈਂ ਕਿਹਾ ਤੂੰ ਇਹ ਦੱਸ, ਇੱਕ ਪ੍ਰੋਗਰਾਮ ਇਵੈਂਟ ਚੱਲ ਰਿਹਾ ਹੈ ਰਾਈਟ, ਇੱਥੇ ਪਹਿਲੀ ਲਾਈਨ 'ਚ ਨਾ ਕੁਝ ਵੱਡੇ ਨਾ ਕੁਝ ਬੰਦੇ ਬੈਠੇ ਨੇ ਜਿਹੜੇ ਪ੍ਰੋਬਬਲੀ ਬਿਊਰੋਕਰੇਟਸ ਨੇ, ਵੱਡੇ ਬਿਜ਼ਨਸ ਹੈਡਸ ਨੇ ਜਾਂ ਜੋ ਵੀ ਨੇ, ਤੂੰ ਇੱਥੇ ਬਹਿਣਾ ਪਸੰਦ ਕਰੇਗਾ ਕਿ ਉਹਨਾਂ ਨੂੰ ਐਂਟਰਟੇਨ ਕਰਨ ਵਾਸਤੇ ਉੱਥੇ ਖੜਾ ਹੋਣਾ ਪਸੰਦ ਕਰੇਗਾ, ਹੈ ਨਾ? ਤੇ ਉਹਦੇ ਕੋਲ ਜਵਾਬ ਨਹੀਂ ਸੀਗਾ। ਮੈਂ ਕਿਹਾ ਤੂੰ ਐਂਟਰਟੇਨਰ ਬਣ ਰਿਹਾ ਨਾ, ਬਟ ਉਸ 15 ਮਿੰਟ 1 ਘੰਟਾ ਜਾਂ 2 ਘੰਟੇ ਵਾਸਤੇ ਪੈਸੇ ਕਿੰਨੇ ਦਿੱਤੇ ਹੋਏ? ਇਹਨੇ ਦਿੱਤੇ। ਤੂੰ ਦੇਣ ਵਾਲਾ ਬਣਨਾ ਪਸੰਦ ਕਰੇਗਾ ਕਿ ਲੈਣ ਵਾਲਾ ਬਣਨਾ ਪਸੰਦ ਕਰੇਗਾ? ਹੁਣ ਬੱਚਾ ਛੋਟਾ ਸੀਗਾ, ਉਹਦੇ ਇਨਫਲੂਐਂਸ ਬਹੁਤ ਜ਼ਿਆਦਾ ਸੀਗਾ ਸ਼ਾਇਦ, ਉਹਨੂੰ ਜਵਾਬ ਨਹੀਂ ਸੀ ਉਹਦੇ ਕੋਲ। ਉਹ ਚਲਾ ਗਿਆ ਉੱਥੇ ਜਾ ਕੇ, ਫਿਰ ਉਹਨੇ ਮੈਨੂੰ ਤਕਰੀਬਨ 1.5 ਸਾਲ ਬਾਅਦ ਫੋਨ ਕੀਤਾ ਕਿ ਤਾਇਆ ਜੀ ਜੋ ਤੁਸੀਂ ਕਿਹਾ ਸੀ ਨਾ ਮੈਨੂੰ ਹੁਣ ਮਹਿਸੂਸ ਹੋ ਰਿਹਾ, ਮੈਂ ਨਾ ਉੱਧਰ ਬਹਿਣਾ ਪਸੰਦ ਕਰਾਂਗਾ, ਕਿਉਂਕਿ ਅੱਜ ਮੈਂ ਕੋਰਸ ਕਰ ਰਿਹਾ ਸੀ, ਨਾਲ ਨਾਲ ਮੈਂ ਸਿੰਗਿੰਗ ਵੀ ਕਰਦਾ ਸੀ, ਤੇ ਹੁਣ ਛੋਟੇ ਛੋਟੇ ਸਰਵਾਈਵਲ ਵਾਸਤੇ ਮੈਂ ਪ੍ਰੋਗਰਾਮ ਕਰਦਾ ਹਾਂ ਕਿਸੇ ਕਲੱਬ 'ਚ ਜਾਂ ਹੋਟਲ 'ਚ।
ਮੈਂ ਗਾਉਂਦਾ ਹੈ, ਮੈਨੂੰ ਉਹ ਠੀਕ ਹੈ, ਸ਼ੌਂਕ ਹੈ ਮੇਰਾ, ਪਰ ਜਿਹੜੇ ਮੈਨੂੰ ਸੁਣਨ ਵਾਲੇ ਨੇ ਨਾ ਉਹ ਕਿਤੇ ਨਾ ਕਿਤੇ ਮੇਰੇ ਤੋਂ ਜ਼ਿਆਦਾ ਉੱਚੇ ਲੱਗ ਰਹੇ ਨੇ ਮੈਨੂੰ ਉੱਧਰ ਬੈਠ ਕੇ, ਕਿਉਂਕਿ ਉਹ ਜਦ ਤੱਕ ਸੁਣਨਾ ਹੈ ਉਹ ਸੁਣਦੇ ਨੇ, ਉਹਦੇ ਬਾਅਦ ਉਹ ਚੱਲ ਜਾਂਦੇ ਨੇ, ਔਰ ਮੈਨੂੰ ਉਦੋਂ ਤੱਕ ਗਾਣਾ ਪੈਂਦਾ ਜਦ ਤੱਕ ਉਹ ਸੁਣਨਾ ਚਾਹੁੰਦੇ ਨੇ ਹੈਨਾ। ਨਹੀਂ ਮੇਰਾ ਵੀ ਸ਼ੌਂਕ ਸੀ, ਹਰ ਪੰਜਾਬੀ ਦਾ ਹੁੰਦਾ ਹੈ ਸਿੰਗਰ ਬਣਨ ਦਾ, ਮੇਰਾ ਵੀ ਸ਼ੌਂਕ ਸੀ, ਪੰਜਾਬੀ ਬਾਈ ਬਰਥ ਸਿੰਗਰ ਹੁੰਦੇ ਨੇ। ਨਹੀਂ ਅੱਛਾ, ਹੁਣ ਆਪਾਂ ਇਹਨੂੰ ਸਾਰਿਆਂ ਨੂੰ ਸਬਮਿਟ ਕਰਦੇ ਹਾਂ ਜੀ। ਇੱਕ ਤਾਂ ਮੇਰੇ 2 ਕੁਐਸਚਨ ਨੇ ਮੇਰੇ, ਇੱਕ ਤਾਂ ਚਲੋ ਆਪਾਂ ਆਪਣਾ ਕੈਨੇਡਾ ਵਾਲਾ ਗੱਲ ਕਰ ਲਈ, ਮੈਂ ਤੇ ਮੇਰੇ ਨਾਲ ਬਹੁਤ ਤਲਗੀ ਰਹਿੰਦੇ ਆ, ਬਹੁਤ ਪੁੱਛਦਾ, ਮੈਨੂੰ ਬਹੁਤ ਖਿੱਚ ਚੜ੍ਹਦੀ ਆ, ਮੈਂ ਸ਼ਰੇਆਮ ਇਸ ਚੀਜ਼ ਨੂੰ ਕਹਿਣਾ। ਦੂਜਾ ਜੀ, ਜਿੰਨਾ ਤੁਸੀਂ ਨਾਮ ਲੈ ਜਿੰਨਿਆਂ ਦੇ ਵੀ, ਠੀਕ ਆ, ਇਹ ਸ਼ਾਇਦ ਕੰਟਰੋਵਰਸੀ ਵੀ ਹੋ ਸਕਦਾ ਹੈ, ਮੈਨੂੰ ਨਹੀਂ ਪਤਾ, ਬਟ ਮੈਂ ਹੈਗਾ ਜੀ, ਮੈਂ ਸੋਢੀ ਹਾਂ, ਠੀਕ ਹੈ, ਮੈਂ ਸਿੱਖ ਕੌਮ ਦੇ ਵਿੱਚ ਹੈਗਾ ਆ, ਮੈਂ ਸਿੰਘ ਤੇ ਸਿੱਖ ਹੈਗਾ ਆ, ਪਹਿਲਾਂ ਉਹ ਹੈ, ਪਰ ਆਪਾਂ ਪੰਜਾਬ ਦੇ ਤੌਰ 'ਤੇ ਅਸੀਂ ਗੱਲ ਕਰਦੇ ਹਾਂ, ਜੱਟਵਾਦ ਬਹੁਤ ਹੈਵੀ ਆ, ਬਹੁਤ ਜ਼ਿਆਦਾ ਹੈਵੀ ਹੈ ਜੀ, ਠੀਕ ਹੈ। ਮਤਲਬ ਕਿ ਸਮਝ ਲਓ ਕਿ ਇੱਕ ਸਮਾਂ ਇੰਨਾ ਮੇਰੇ 'ਤੇ ਆਇਆ, ਕੋਈ ਜਿਹੜੇ ਮੈਂ ਇਲਾਕੇ 'ਚ ਰਹਿਣਾ ਹੈ, ਕਿ ਯਾਰ ਮੈਂ ਸੁਸਾਈਡ ਹੀ ਕਰ ਲਈ ਆਪਾਂ, ਸਮਝ ਲਓ ਹੈ ਨਾ, ਇੰਨਾ ਜ਼ਿਆਦਾ ਹੈਵੀ ਹੋ ਜਾਂਦਾ ਆ। ਜੇ ਆਪਾਂ ਵੈਸੇ ਦੇਖੀਏ, 4 ਜਿਹੜੀਆਂ ਹੈਗੀਆਂ ਨੇ, ਖੱਤਰੀ ਹੈ ਨਾ, ਬ੍ਰਾਹਮਣ, ਵੈਸ਼, ਸ਼ੂਦਰ, ਆਪਾਂ ਸਭ ਤੋਂ ਉੱਪਰਲੀ ਕਾਸਟ ਚੰਨਾ ਜੀ, ਠੀਕ ਹੈ ਨਾ। ਤੇ ਮੈਂ ਇਹ ਗੱਲ ਮੈਨੂੰ ਕਹਿਣ ਲੱਗੇ, ਕੋਈ ਝਿਜਕ ਨਹੀਂ ਮੈਨੂੰ, ਕਿ ਜੇ 10 ਗੁਰੂਆਂ ਚੋਂ ਕੋਈ ਇੱਕ ਗੁਰੂ ਜੇ ਜੱਟ ਹੁੰਦਾ ਨਾ, ਮਜ਼ਾਲ ਆ ਕੋਈ ਬਾਕੀ ਗੁਰੂ ਮੰਨਣ ਨਹੀਂ ਦੇਣਾ ਸੀਗਾ ਉਹਨਾਂ ਨੇ, ਮੰਨਣਾ ਹੀ ਨਹੀਂ ਸੀ। ਇੱਕ ਗੱਲ ਮੈਂ ਹੈ ਨਾ ਠੋਕ ਕੇ ਕਹਿ ਸਕਦਾ। ਤੁਹਾਡਾ ਇਹ 'ਤੇ ਕੀ ਵਿਚਾਰ ਹੈ ਕਿ ਇਹ ਥੋੜਾ ਜਿਹਾ ਹੈ ਨਾ, ਇਹ 'ਚ ਨਾ 2 ਚੀਜ਼ਾਂ ਹੈ। ਇਹ ਤੁਸੀਂ ਜਿਹੜਾ ਐਕਸਪੀਰੀਅੰਸ ਦੱਸ ਰਹੇ ਹੋ, ਇਹ ਮੇਰੀ ਵੀ ਕਿਸੇ ਨਾਲ ਗੱਲ ਹੋਈ, ਚੰਡੀਗੜ੍ਹ ਬੈਠੇ ਸੀ ਅਸੀਂ, ਚੰਡੀਗੜ੍ਹ ਗੋਲਫ ਕਲੱਬ 'ਚ, ਤੇ ਮੇਰੇ ਇੱਕ ਮਿੱਤਰ ਨੇ, ਤੇ ਕਾਫੀ ਗੁਰਮੁਖ ਬੰਦੇ ਨੇ, ਤੇ ਮੈਂ ਉਹਨਾਂ ਨਾਲ ਇੰਝ ਹੀ ਗੱਲ ਕੀਤੀ, ਮੈਂ ਕਿਹਾ ਜੀ ਜੇ ਇੰਝ ਹੁੰਦਾ ਨਾ, ਤੇ ਜੱਟਾਂ ਨੇ ਦੂਸਰੇ ਨੂੰ ਕਿਸੇ ਨੂੰ ਮੰਨਣ ਨਹੀਂ ਦੇਣਾ ਸੀਗਾ। ਤੇ ਕਹਿੰਦੇ ਉਹ ਭਾਵੇਂ ਹੋਵੇ ਨਾ ਹੋਵੇ, ਪਰ ਤੁਸੀਂ ਇਹ ਦੱਸੋ ਵੀ ਬਾਬਾ ਬੁੱਢਾ ਤੇ ਜੱਟ ਸੀ ਨਾ ਰੰਧਾਵਾ, ਤਿਲਕ ਤੇ ਉਹਨੇ ਲਗਾਇਆ ਸਾਰੇ ਗੁਰੂਆਂ ਨੂੰ, ਤੇ ਉਹ ਜਿਹਨੂੰ ਕਹਿੰਦੇ ਵੀ ਆਪਾਂ ਉਹ ਥੱਲੇ ਨਹੀਂ ਕਰਨ, ਹਾਂ ਥੱਲੇ ਨਹੀਂ ਰਹਿਣਾ। ਦੇਖੋ ਕਦੀ ਵੀ ਨਾ, ਪਹਿਲੀ ਗੱਲ, ਕਿਸੇ ਵੀ ਸਮਾਜ ਵਿੱਚ ਨਾ ਜਿਹੜਾ ਹਾਵੀ ਹੁੰਦਾ ਹੈ ਨਾ, ਉਹ 2 ਹੀ ਚੀਜ਼ਾਂ ਹਾਵੀ ਹੁੰਦੀਆਂ, ਜਿਹਦੇ ਕੋਲ ਜਾਂ ਤੇ ਮਟੀਰੀਅਲਿਸਟਿਕ ਪਾਵਰ ਜ਼ਿਆਦਾ ਹੋਵੇ, ਜਿਹਨੂੰ ਆਪਾਂ ਪੈਸੇ ਦੀ ਕਹਿ ਦਿੰਦੇ, ਜਾਂ ਇੰਟੈਲੈਕਚੁਅਲ ਪਾਵਰ ਜ਼ਿਆਦਾ ਹੋਵੇ। ਆਪਣੇ ਕੋਲ ਪੈਸੇ ਦੀ ਪਾਵਰ ਬਹੁਤ ਹੈ ਜੀ, ਬਿਲਕੁਲ। ਤੇ ਜ਼ਮੀਨਾਂ ਰੇਟ ਵੱਧ ਗਏ, ਜ਼ਮੀਨਾਂ ਵੱਧ ਗਈਆਂ, ਕੰਮ ਅਸੀਂ ਜਿੰਨੇ ਕਰਨੇ ਸੀ ਕੀਤੇ, ਜਿੰਨੇ ਨਹੀਂ ਕਰਨੇ ਸੀ ਨਾ ਕੀਤੇ, ਬਟ ਜ਼ਮੀਨਾਂ ਵੱਧ ਗਈਆਂ। ਦੂਸਰਾ ਸਭ ਤੋਂ ਵੱਡੀ ਮਾਰ ਸਾਡੇ ਜਿਹੜੀ ਪੈ ਗਈ, ਉਹ ਪੈ ਗਈ ਆ, ਅਗੇਨ ਆਪਾਂ ਉੱਥੇ ਹੀ ਘੁੰਮ ਕੇ ਆਉਂਦੇ ਹਾਂ, ਮਿਊਜ਼ਿਕ ਇੰਡਸਟਰੀ ਦੀ। ਜਦੋਂ ਮਿਊਜ਼ਿਕ ਇੰਡਸਟਰੀ ਪਹਿਲੇ ਆਉਂਦੇ ਸੀ ਗਾਣੇ, ਤੇ ਪਹਿਲੇ ਗਾਣੇ ਹੁੰਦੇ ਸੀਗੇ ਉਹਦੇ 'ਚ ਨਾ, ਉਹਦੇ ਲਿਰਿਕਸ ਜਿਹੜੇ ਸੀ ਉਹ ਬੜੇ ਸੋਬਰ ਹੁੰਦੇ ਸੀਗੇ, ਜੱਟਵਾਦ ਨਹੀਂ ਸੀ। ਹੁਣ ਤੁਸੀਂ ਦੇਖ ਲਓ, ਜੇ ਪੰਜਾਬੀ ਗਾਣਾ ਜਾਂ ਫਿਲਮ, ਉਹਦੇ 'ਚੋਂ ਜੱਟ, ਕੁੜੀ ਔਰ ਸ਼ਰਾਬ ਔਰ ਬੰਦੂਕ ਕੱਢ ਦੋ ਤੇ ਗਾਣਾ ਹੀ ਨਹੀਂ ਹੈ ਜੀ, ਹੈ ਨਾ। ਇਹ 4 ਅੱਖਰ ਕੱਢ ਦੋ ਤੁਸੀਂ ਤੇ ਗਾਣਾ ਹੀ ਨਹੀਂ ਹੈਗਾ। ਉਹ ਜਦੋਂ ਬਣਨ ਲੱਗ ਪਿਆ, ਉਹ ਤਾਂ ਫਿਰ ਹੁੰਦਾ ਉਹੀ, ਸਾਰੇ ਬੰਦੇ ਉਹਨੂੰ ਯੂਜ਼ ਕਰਦੇ, ਤੈਸ਼ ਲੈਣਾ ਵੀ ਹਾਂ ਹਵਾ ਚੱਲਦੀ ਹੈ, ਔਰ ਉਹ ਹਵਾ ਹੈ ਤੇ ਫੋਕੀ, ਸਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਪਰ ਉਹਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਜਿਹੜੇ ਵੀ ਸਮਾਜ ਵਿੱਚ ਕਦੀ ਨਾ ਇਸ ਤਰ੍ਹਾਂ ਕੁਝ ਹੋ ਜਾਵੇ ਨਾ, ਗੈਪ, ਉਹ 'ਚ ਬਹੁਤ ਇੰਬੈਲੈਂਸ ਆ ਜਾਂਦਾ ਹੈ, ਔਰ ਪੰਜਾਬੀਆਂ ਦੇ ਵਿੱਚ ਉਹ ਇੰਬੈਲੈਂਸ ਆ ਗਿਆ ਹੁਣ, ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਕੈਨੇਡਾ ਵਾਲੀ ਦੌੜ, ਐਜੂਕੇਸ਼ਨ, ਉਹ ਹੈ ਕਿ ਐਜੂਕੇਸ਼ਨ ਕਰੋਗੇ ਹੋਊਗੀ। ਹੁਣ ਹਰਮਨਵੀਰ ਤਾਂ ਕਿੰਨਾ ਸੋਹਣਾ ਲਿਖਦਾ ਜੀ, ਕਿੰਨੇ ਸੋਹਣੇ ਲਿਖਾਰੀ ਬੈਠੇ ਨੇ ਪੰਜਾਬ 'ਚ। ਹੁਣ ਗਾਣਾ ਹੈ ਕਿ ਹੱਸਦੇ ਹੀ ਰਹਿੰਦੇ ਆ, ਹੈ ਨਾ, ਕੀ ਕਹਿੰਦੇ ਕਿ ਅਸੀਂ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ, ਪੰਜਾਬੀਅਤ ਦੇ ਗਾਣੇ ਆ ਰਹੇ ਨੇ, ਉੱਥੇ ਕਿਸੇ ਨੂੰ ਕਾਸਟ ਸਿਸਟਮ ਆ ਕੇ ਕੋਈ ਉੱਪਰ ਨੀਚੇ ਨਹੀਂ। ਤੁਸੀਂ ਤੁਹਾਡੇ ਸਾਹਮਣੇ ਦੂਸਰਾ ਸਿੰਗਰ ਹੈ ਤੁਹਾਡਾ ਸਤਿੰਦਰ ਸਰਤਾਜ, ਹਾਈਲੀ ਕੁਆਲੀਫਾਈਡ, ਹਾਂ ਦੇਖੋ, PhD, MPhil, ਔਰ ਉਹਦੇ ਗਾਣੇ ਦੇਖੋ, ਮੈਂ ਉਹ ਜੱਟਵਾਦ ਵਾਲਾ ਕਦੀ ਗਾਣਾ ਸੁਣਿਆ, ਉਹਦਾ ਲਿਰਿਕਸ ਸੁਣੋ ਤੁਸੀਂ, ਇੰਨੇ ਸੋਹਣੇ ਲਿਰਿਕਸ ਨੇ ਉਹਦੇ, ਉਹਦੀ ਆਡੀਅੰਸ ਵੀ ਰਿਚ ਆਡੀਅੰਸ ਹੈ, ਬਿਲਕੁਲ। ਉਹ ਨਾ ਫੁਕਰੇ ਗਾਣੇ ਨੇ, ਨਾ ਕੋਈ ਉਹ ਸ਼ਰਾਬਾਂ ਤੇ ਉਹਨਾਂ ਦੀਆਂ ਗੱਲਾਂ ਨੇ, ਤਾਂ ਵੀ ਚੱਲ ਰਿਹਾ। ਐਗਜ਼ਾਮਪਲ ਭਈ ਆਪਣੇ ਸਾਹਮਣੇ, ਕੰਟੈਂਟ ਤੇ ਅੱਛਾ ਹਰ ਇੱਕ ਨੂੰ ਚਾਹੀਦਾ ਹੈ। ਹੁਣ ਜਿਹੜਾ ਕੰਟੈਂਟ ਹੋਏਗਾ ਉਹੀ ਚੱਲੇਗਾ। ਮਾਸਸ ਜਿਹੜੀਆਂ ਨੇ ਉਹ ਚੀਪ 'ਚ ਜਾਣਗੀਆਂ, ਕਲਾਸਿਸ ਜਿਹੜੀਆਂ ਨੇ ਆਲਵੇਜ਼ ਰਿਚ ਕੰਟੈਂਟ, ਔਰ ਸਾਡਾ ਨਾ ਰਿਚ ਕੰਟੈਂਟ ਸ਼ੁਰੂ ਤੋਂ ਸੀਗਾ। ਜੇ ਆਪਾਂ ਪੰਜਾਬੀਆਂ ਨੂੰ ਐਜ਼ ਅ ਰੀਜਨ ਦੇਖੀਏ ਨਾ, ਪੰਜਾਬ ਰੀਜਨ ਸ਼ੁਰੂ ਤੋਂ ਸੀਗਾ। ਉੱਥੇ ਨਾ ਜੇ ਅਸੀਂ ਕਲਚਰਲ ਵਾਲੇ ਪਾਸੇ ਚਾਹੀਏ ਤਾਂ ਸਾਡੇ ਕੋਲ ਹੀਰ ਚੱਲਦੀ ਸੀਗੀ ਸ਼ੁਰੂ ਤੋਂ, ਹੈ ਨਾ, ਤੇ ਉਹ ਟੱਪੇ ਔਰ ਐਸਾ ਹੁੰਦੇ ਸੀਗੇ। ਬਟ ਉਹਦੇ ਵਿੱਚ ਨਾ, ਜਾਂ ਸਿੱਠਣੀਆਂ ਜਾਂ ਜੋ ਵੀ ਅਸੀਂ ਲੈ ਲਈਏ ਨਾ, ਉਹਦੇ ਵਿੱਚ ਆਪਸ ਦੇ ਰਿਸ਼ਤੇ ਦੇ ਵਿੱਚ ਇੱਕ ਗੱਲਬਾਤ ਹੁੰਦੀ ਸੀਗੀ, ਬਟ ਕਾਸਟ ਨੂੰ ਰਹਿ ਕੇ ਨਹੀਂ ਹੁੰਦੀ ਸੀ ਕਦੀ ਗੱਲ, ਹੈ ਨਾ। ਫਿਰ ਦੂਜਾ ਸੀਗਾ ਕਿ ਇਹ ਸਭ ਨੂੰ ਪਤਾ ਸੀਗਾ ਵੀ ਇਹ ਨਾ ਇਸ ਕਮਿਊਨਿਟੀ ਨੂੰ ਨਾ
ਇਹ 'ਚ ਜੈਂਡਰ ਬਾਇਸ ਨਹੀਂ ਹੈਗੇ, ਹੈ ਨਾ। ਇਹਨਾਂ 'ਚ ਜਿਹੜੀ ਫੀਮੇਲ ਹੈ ਨਾ ਉਹਦੀ ਰਿਸਪੈਕਟ ਬਹੁਤ ਹੈ। ਅਸੀਂ ਸ਼ੁਰੂ ਤੋਂ ਹੈ ਨਾ ਭੈਣ ਸਾਡੀ ਬੀਬੀ ਹੁੰਦੀ ਸੀਗੀ, ਹੈ ਨਾ, ਰਾਈਟ। ਜੇ ਛੋਟੀ ਹੈ ਤਾਂ ਉਹ ਬੀਬਾ ਹੋ ਜਾਂਦੇ ਸੀਗੇ। ਤੇ ਇਹ ਕਹਿ ਸਕਦੇ ਹੋ ਵੀ ਇਹ ਕਨਸਪੀਰੇਸੀ ਦੇ ਅਸੀਂ ਸ਼ਿਕਾਰ ਹੋਏ ਹਾਂ ਵੀ ਇੱਕ ਗਾਣਿਆਂ ਦੇ ਥਰੂ ਸਾਡੇ ਅੰਦਰ ਇਹ ਸਾਰੀਆਂ ਚੀਜ਼ਾਂ ਬੜੀਆਂ, ਜਿਹ 'ਚ ਕੁੜੀ ਦਾ ਵੀ ਮਜ਼ਾਕ ਉਡਾ ਲਓ ਤੁਸੀਂ, ਹੈ ਨਾ, ਤੇ ਤੁਸੀਂ ਜਾਤ ਦਾ ਵੀ ਮਜ਼ਾਕ ਉਡਾ ਲਓ। ਸਿੱਠਣੀਆਂ ਕਦੀ ਕੋਈ ਲੜੇ ਨਹੀਂ ਸੀਗੇ ਅੱਜ ਤੱਕ, ਵਿਆਹ ਸ਼ਾਦੀ ਅੱਜ ਵੀ ਨਹੀਂ ਲੜੇ ਕੋਈ, ਹੈ ਨਾ। ਉਹ ਚਾਹੇ ਨਹੀਂ ਹੁੰਦਾ ਸੀ ਕਿ ਜੱਟ ਦਾ ਪੁੱਤ ਆ ਗਿਆ ਤੇ ਕੁੜੀ ਬਾਹਰ ਕੱਢੋ, ਉਹ ਚਾਹੇ ਹੁੰਦਾ ਸੀ ਵੀ ਜੀਜਾ ਸਾਡਾ ਮੋਟਾ ਤੇ ਉਹ ਫਲਾਣਾ ਢਮਕਾਣਾ, ਹੈ ਨਾ, ਤੇ ਉਹ 'ਚ ਕਦੀ ਨਹੀਂ ਹੁੰਦਾ ਸੀ। ਬਟ ਹੁਣ ਅਸੀਂ ਉਹ ਵਰਡ ਯੂਜ਼ ਕਰਨ ਲੱਗ ਪਏ। ਉਹ ਜਦੋਂ ਤੁਸੀਂ ਇਨਸਟੀਗੇਟ ਕਰੋਗੇ ਉਹ ਫਿਰ ਰੁਕਦਾ ਨਹੀਂ ਹੈ ਨਾ। ਉਹਦੇ ਬਾਅਦ ਦੂਸਰੀ ਆਏਗੀ, ਫਿਰ ਤੀਸਰਾ ਆਏਗਾ, ਕੋਈ ਚੌਥਾ ਆਏਗਾ, ਉਹਦਾ ਕੋਈ ਐਂਡ ਨਹੀਂ ਹੈ। ਮੇਰਾ ਟਾਈਮ ਕਾਫੀ ਕੀਮਤੀ ਹੈ ਤੁਹਾਡਾ, ਹੈ ਨਾ। ਅਸੀਂ ਤਾਂ ਆਈ ਆਪ ਜੀ ਦੇ ਹੈ ਨਾ ਗੱਲਾਂ ਸੁਣਨ ਵਾਸਤੇ ਹਾਂ। ਬਟ ਲਾਸਟ ਕੁਐਸਚਨ, ਇਹਨੂੰ ਬਿਲਕੁਲ ਜਲਦੀ ਜਲਦੀ ਬਾਈਂਡ ਅਪ ਕਰੀਏ। ਜਦੋਂ ਆਪਾਂ ਲੜਕੀਆਂ 'ਤੇ ਆ ਗਏ ਨਾ ਜੀ, ਹੁਣ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਨਾ ਇੱਕ ਤਾਂ ਕੈਨੇਡਾ ਵਾਲਾ ਰੁਝਾਨ ਹੈਗਾ ਜੀ, ਜਾਂ ਕੰਮ ਕਰਕੇ ਰਾਜੀ ਨਹੀਂ ਹੈਗਾ ਨਾ, ਜਿਹੜਾ ਤੁਹਾਨੂੰ ਕਾਸਟ ਸਿਸਟਮ ਹੈਗਾ। ਲਾਸਟ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਮੈਨੂੰ ਲੱਗਦੀ ਹੈ, ਕਿਉਂਕਿ ਮੈਂ ਇੱਕ ਯੂਥ ਯੰਗ ਮੁੰਡਾ ਹੈਗਾ ਆ, ਅਤੇ ਜਿਵੇਂ ਕੁੜੀਆਂ ਦੇ ਅਸੀਂ ਉਹਦੇ ਪਹਿਰਾਵੇ ਦੇਖੇ ਨੇ, ਕੁੜੀਆਂ ਮੁੰਡਿਆਂ ਦੇ ਪਹਿਰਾਵੇ ਦੇਖੇ ਨੇ। ਪੰਜਾਬੀਆਂ ਕੁੜੀਆਂ ਦੇ ਪਹਿਰਾਵੇ ਹੈ ਨਾ, ਤੁਸੀਂ ਜਾ ਕੇ ਦੇਖੋਗੇ ਬਹੁਤ ਬਦਲ ਚੁੱਕੇ ਨੇ ਜੀ। ਇੱਕ ਟਿਕਟੋਕ ਜਿਹੜਾ ਰੀਲਾਂ ਵਾਲੇ ਨੇ, ਹੈ ਨਾ, ਉਹੀ ਆ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਨਾ ਉਹ ਕਹਿੰਦੇ ਰਸਤੇ ਤੁਸੀਂ ਪੰਜਾਬ ਕੱਢ ਦੇਵੋ, ਅਸੀਂ ਹੁਣੇ ਦਿੱਲੀ ਜਾ ਕੇ ਜਿੱਤ ਕੇ ਦਿਖਾਉਂਦੇ ਤੁਹਾਨੂੰ। ਬਿਲਕੁਲ ਉਹ ਡਰਦੇ ਨੇ, ਠੀਕ ਹੈ। ਹੁਣ ਉਹ ਜੇ ਉਹਨਾਂ ਦੇ ਮੋਬਾਈਲਾਂ 'ਚ ਰੀਲਾਂ ਚੱਲਦੀਆਂ, ਹੁਣ ਟਿਕਟੋਕ ਚੱਲਦੇ ਹੁਣ, ਉਹ ਕਹਿੰਦੇ ਕੀ ਕਹਿਣਾ। ਬਿਲਕੁਲ, ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਬਸ ਲਾਸਟ ਆਪਾਂ ਇਹਨੂੰ ਖਤਮ ਕਰਦੇ ਫਿਰ। ਦੇਖੋ ਜੀ, ਇਹ ਸਿੰਪਲ ਹੈ, ਵੈਲਿਊ ਸਿਸਟਮ ਦੇ ਉੱਪਰ ਡਿਪੈਂਡ ਕਰਦਾ ਹੈ। ਜਦੋਂ ਅਸੀਂ ਵੈਲਿਊਜ਼ ਜਿਹੜੀਆਂ ਨੇ ਉਹਨਾਂ 'ਤੇ ਡਾਇਲਿਊਟ ਕਰਦੇ ਹਾਂ ਨਾ, ਤੇ ਉਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਔਰ ਸਿੰਪਲ ਲੌਜਿਕ ਹੈ, ਅੱਜ ਤੋਂ ਪਹਿਲੇ ਜਾਂ ਪੁਰਾਣੇ ਜਦੋਂ ਅਸੀਂ ਕਹਿੰਦੇ ਵੀ ਆਜ਼ਾਦੀ ਟਾਈਮ ਤੇ ਸਾਡੇ ਕੋਲ 18% ਸਿਵਲ ਸਰਵੈਂਟ ਸਾਡੇ ਹੁੰਦੇ ਸੀਗੇ, ਕਿਉਂਕਿ ਉਦੋਂ ਵੈਲਿਊ ਸਿਸਟਮ ਸੀਗਾ ਵੀ ਉਹ ਪੜ੍ਹਾਈ ਦੇ ਉੱਪਰ ਜਾਂ ਉਸ ਕਰੈਕਟਰ, ਉਸ ਕਿਰਦਾਰ ਦੇ ਉੱਪਰ ਸਾਨੂੰ ਜ਼ੋਰ ਦਿੰਦਾ ਸੀਗਾ, ਹੈ ਨਾ ਜੀ। ਜੇ ਅਸੀਂ ਉਹ ਛੱਡ ਦਈਏ, ਬਾਕੀ ਸਮਾਜ ਦਾ ਵੀ ਸਾਡਾ ਕਿਰਦਾਰ ਉੱਚਾ ਸੀਗਾ। ਇਸ ਵੇਲੇ ਸਾਡੀ ਕਮਿਊਨਿਟੀ ਜਿਹੜੀ ਨਾ ਇੱਕ ਬਹੁਤ ਹੀ ਖਤਰਨਾਕ ਟ੍ਰਾਂਜੀਸ਼ਨ ਤੋਂ ਬੀਤ ਰਹੀ ਆ। ਪੁਰਾਣਾ ਛੱਡ ਨਹੀਂ ਹੋ ਰਿਹਾ, ਨਵਾਂ ਫੜ ਨਹੀਂ ਹੋ ਰਿਹਾ। ਔਰ ਉਸ ਚੀਜ਼ ਨੂੰ ਦਿਖਾਉਣ ਵਾਸਤੇ ਨਾ ਕਿਤੇ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਔਰ ਉਹਦੇ ਵਿੱਚ ਮਟੀਰੀਅਲਿਸਟਿਕ ਔਰ ਇਸ ਟਾਈਪ ਦੀ ਚੀਜ਼ਾਂ ਨੂੰ ਦਿਖਾ ਕੇ ਆਪਣੇ ਆਪ ਨੂੰ ਅਲੱਗ ਦਿਖਾਣਾ ਚਾਹੁੰਦੇ ਨੇ। ਅਸੀਂ ਘੈਂਟ ਹੈ ਨਾ। ਹੁਣ ਉਹ ਅਲੱਗ ਦੇ ਵਿੱਚ ਉਹੀ ਮੁੰਡਾ ਤੁਸੀਂ ਦੇਖ ਲਓ, ਹੁਣ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਹਰੇਕ ਨੂੰ ਲੱਗਦਾ ਵੀ ਇੱਥੇ ਨਾ ਮੁੰਡੇ ਵਾਲ ਕਟਾਈ ਜਾਂਦੇ, ਹੈ ਨਾ। ਇਹ ਸਿੰਪਲ ਸਾਈਕੋਲੋਜੀਕਲ ਸਟੱਫ ਹੈ। ਜਦੋਂ ਬੰਦਾ ਕੋਈ ਵੀ ਮੈਜੋਰਿਟੀ 'ਚ ਹੁੰਦਾ ਹੈ ਨਾ, ਤੇ ਉਹ ਆਪਣੇ ਆਪ ਨੂੰ ਅਲੱਗ ਦਿਖਾਉਣ ਵਾਸਤੇ ਕੁਝ ਅਲੱਗ ਕੰਮ ਕਰਦਾ ਹੈ। ਹੁਣ ਐ ਹੀ ਜਦੋਂ ਬੱਚੇ ਉੱਥੇ ਜਾਂਦੇ ਨੇ ਸਾਡੇ ਕੋਲ, ਅਸੀਂ ਉੱਥੇ ਦੇਖਦੇ ਹਾਂ ਦਸਤਾਰਾਂ ਦਾਣੇ ਪ੍ਰਕਾਸ਼ ਕੀਤੇ ਤੋਂ ਬਾਣੇ, ਕਿਉਂਕਿ ਉੱਥੇ ਉਹਨਾਂ ਦੀ ਮੈਜੋਰਿਟੀ ਜਿਹੜੀ ਮੋਨਿਆਂ ਦੀ ਹੈ, ਤੇ ਉੱਥੇ ਆਪਣੇ ਆਪ ਨੂੰ ਅਲੱਗ ਦਿਖਾਣਾ ਹੈ। ਤੇ ਇੱਥੇ ਵੀ ਜਿਹੜਾ ਬੱਚਾ ਜਾਂ ਬੱਚੀ ਕੁਝ ਅਲੱਗ ਕੱਪੜੇ ਪਾ ਰਿਹਾ ਜਾਂ ਕੋਈ ਵੀ ਅਲੱਗ ਕਰ ਰਿਹਾ, ਉਹਦੀ ਸੈਂਸ ਆਫ ਆਈਡੈਂਟੀਟੀ ਉਹਦੇ ਅੰਦਰੋਂ ਖਤਮ ਹੋ ਚੁੱਕੀ। ਫੇਮਸ ਹੋਣ ਵਾਲੀ ਗੱਲ ਹੈ ਨਾ, ਵੀ ਮੈਂ ਆਪਣੀ ਆਈਡੈਂਟੀਟੀ ਕ੍ਰੀਏਟ ਕਰਨੀ ਆ। ਹੁਣ ਉਹਦੇ ਵਾਸਤੇ ਅਸੀਂ ਜਿਹੜੇ ਆਪਣੇ ਬੈਰੋਮੀਟਰਸ ਬੜੇ ਛੋਟੇ ਰੱਖੇ ਨਾ, ਉਹਨੂੰ ਲੱਗੇ ਠੀਕ ਹੈ ਕੱਪੜੇ ਚੇਂਜ ਕਰ ਲਾ, ਗੱਡੀ ਬਦਲ ਲਾ, ਘੜੀ ਬਦਲ ਲਾ। ਜੇ ਅਸੀਂ ਆਹੀ ਰੱਖੀਏ ਕਿ ਵਾਈ ਨਾਟ ਯੂ ਬਿਕਮ ਸਮਥਿੰਗ ਲਾਈਕ ਦਿਸ, ਤੁਸੀਂ ਪ੍ਰੋਫੈਸ਼ਨਲ ਬਣੋ ਜਾਂ ਪੜ੍ਹਾਈ 'ਚ ਤੁਸੀਂ ਇੱਥੇ ਜਾਓ ਜਾਂ ਸਿਵਲ। ਅੱਜ ਦੇਖੋ ਬਿਹਾਰ ਵਰਗਾ ਜਿਹੜਾ ਸਟੇਟ ਹੈ, ਉੱਥੇ ਉਹਨਾਂ ਦੇ ਇਸ ਵੇਲੇ 70% ਬੱਚਾ ਜਿਹੜਾ ਸਿਵਲ ਸਰਵਿਸਿਜ਼ 'ਚ ਆਉਂਦਾ ਹੁੰਦਾ ਹੈ ਨਾ। ਹੁਣ ਸਿਵਲ ਸਰਵਿਸਿਜ਼ ਐਸ ਸੱਚ ਅਸੀਂ ਐਮਫਸਾਈਜ਼ ਨਹੀਂ ਕਰ ਰਹੇ, ਬਟ ਇੱਕ ਸਟੈਂਡਰਡ ਬਣਾ ਰਹੇ ਵੀ ਇੱਕ ਚੀਜ਼ ਤੇ ਕੋਈ ਚਾਹੀਦੀ ਨਾ ਜਿਹਨੂੰ ਆਪਾਂ ਲੈ ਕੇ ਗੱਲ ਕਰੀਏ। ਬਿਲਕੁਲ ਜੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਅੱਗੇ ਇਹੀ ਆਇਡੈਂਟੀਟੀ ਬਣਾਉਣੀ ਆ ਅਸੀਂ। ਹੁਣ ਸਾਡੀ ਆਇਡੈਂਟੀਟੀ, ਅਸੀਂ ਭੀੜ ਤੋਂ ਅਲੱਗ ਖੜਾ ਹੋਣਾ ਤੇ ਅਸੀਂ ਇਹੀ ਚੀਜ਼ਾਂ ਯੂਜ਼ ਕਰਾਂਗੇ, ਕੱਪੜਾ, ਗੱਡੀਆਂ, ਉਹ ਫਿਰ ਉਹੀ ਚੀਜ਼ਾਂ ਰਹਿ ਜਾਣੀਆਂ ਸਾਡੇ ਕੋਲ। ਲਾਸਟ ਵਿੱਚ ਇਹੀ ਗੱਲ ਕਰਾਂਗਾ ਕਿ ਨਾ ਹਰਮਨ ਵੀਦਾ ਰਾਣੀ ਤੱਤਲ ਜਿਹਨੇ ਲਿਖਾਰੀ ਨੇ ਜੀ, ਉਹਨਾਂ ਨੇ ਕਿਹਾ ਸੀ ਕਿ ਨਾ ਜਿਵੇਂ ਵੀ ਹੈ, ਜਿਸ ਤਰ੍ਹਾਂ ਵੀ ਹੈ ਪੰਜਾਬ, ਹੈ ਨਾ, ਇੱਕ ਨਾ ਇੱਕ ਦਿਨ ਸਾਰਿਆਂ ਦਾ ਮੁੱਖ ਅਨੰਦਪੁਰ ਵੱਲ ਨੂੰ ਹੋਏਗਾ ਹੀ ਹੋਏਗਾ। ਬਿਲਕੁਲ ਹੈ ਨਾ। ਆਪਾਂ ਉਰੇ ਬੈਠੇ ਹਾਂ ਜੀ, ਮੈਂ ਕਹਿੰਦਾ ਕਿ ਦੁਨੀਆ ਜਿੰਨੇ ਮਰਜ਼ੀ ਬੰਦੇ ਹੋਣ, ਚਾਹੇ ਗੁਜਰਾਤ ਦਾ ਹੋਵੇ, ਸਾਊਥ ਦਾ ਹੋਵੇ, ਅਲੱਗ ਇਲਾਕੇ ਦਾ ਹੋਣ, ਪਰ ਜਿਹੜਾ ਪੰਜਾਬੀ ਬੰਦਾ ਜਿਹਦਾ ਪਿੱਛੋਂ ਜੜ੍ਹਾਂ ਪੰਜਾਬ 'ਚ ਨੇ, ਉਹ ਪੰਜਾਬ ਪ੍ਰਤੀ ਚਿੰਤਾ ਕਰਦਾ ਪਿਆ ਆ। ਮਜ਼ੇ ਦੀ ਗੱਲ ਹੈ ਕਿ ਜਿਹਦੇ ਵੀ ਸਿਰ ਤੇ ਦਸਤਾਰ ਹੈ ਨਾ, ਜਾਂ ਭਾਵੇਂ ਦਸਤਾਰ ਨਹੀਂ ਹੈ, ਉਹਦੇ ਘਰ ਪੰਜਾਬੀ ਬੋਲੀ ਜਾਂਦੀ ਹੈ ਨਾ, ਹਰ ਬੰਦਾ ਪੰਜਾਬ ਬਾਰੇ ਸੋਚ ਰਿਹਾ। ਇਹ ਗੱਲ ਅਲੱਗ ਹੈ ਕਿ ਪੰਜਾਬ ਵਾਲੇ ਭਾਵੇਂ ਬਾਹਰ ਵਾਲੇ ਨਾ ਸੋਚਦੇ ਹੋਣ, ਪਰ ਪੰਜਾਬ ਬਾਰੇ ਹਰ ਬੰਦਾ ਇਮੋਸ਼ਨਲੀ ਕਨੈਕਟਡ ਹੁੰਦਾ। ਤੇ ਹੁਣ ਜਿਵੇਂ ਪੰਜਾਬ 'ਚ ਹੜ੍ਹ ਆਏ ਨੇ, ਹੁਣ ਇੱਥੇ ਕਈ ਲੋਕੀ ਨੇ ਜਿਨ੍ਹਾਂ ਦੇ ਪਿਛਲੇ ਹਫ਼ਤੇ 10 ਦਿਨ 'ਚ ਸਾਨੂੰ ਕਾਲਸ ਆ ਗਈਆਂ ਨੇ ਕਿ ਵੀ ਜੀ ਆਪਾਂ ਕੀ ਕਰ ਸਕਦੇ ਹਾਂ ਉੱਥੋਂ ਵਾਸਤੇ, ਹੈ ਨਾ। ਤੇ ਗਲੋਬਲੀ ਪੰਜਾਬ ਬਾਰੇ ਸੋਚਦੇ। ਪੰਜਾਬ ਜਿਹੜਾ ਹੈ ਨਾ, ਪੰਜਾਬ
ਸਾਡੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਨਹੀਂ ਹੈ, ਪੰਜਾਬ ਇੱਕ ਇਮੋਸ਼ਨ ਹੈ, ਹੈ ਨਾ। ਪੰਜਾਬ ਔਰ ਪੰਜਾਬੀਅਤ ਇਮੋਸ਼ਨ ਹੈ। ਨਹੀਂ ਉਹ ਇਹ ਹੁਣ ਕਈ ਹੁਣ ਦੇਖੋ ਦੋ ਅਲੱਗ-ਅਲੱਗ ਹੁਣ ਕਈ ਕਹਿੰਦੇ ਹੁਣ ਵੈਸੇ ਗੱਲ ਅਸੀਂ ਵੀ ਕਹੀ ਹੈ ਇਹ ਕਿ ਨਾ ਕਿ ਪੰਜਾਬ ਉਹ ਹੈ ਕਿ ਜਦੋਂ ਕਿਤੇ ਵੀ ਪੀੜ ਪਵੇ ਖਾਲਸਾ ਏਡ ਵਰਗੇ ਦੁਨੀਆ ਦੇ ਅਲੱਗ-ਅਲੱਗ ਇਲਾਕੇ 'ਚ ਅਸੀਂ ਜਾ ਕੇ ਖੜਦੇ ਹੈਗੇ ਆ, ਬਿਲਕੁਲ ਹਨਾ। ਹੁਣ ਜਦੋਂ ਪੰਜਾਬ ਤੇ ਪੀੜ ਪਈ ਆ ਕੋਈ ਨਹੀਂ ਖੜਿਆ, ਬਿਲਕੁਲ। ਪਰ ਉਰੇ ਜੇ ਆਪਾਂ ਤੁਸੀਂ ਗੱਲ ਕੀਤੀ ਆ ਕਿ ਠੀਕ ਹੈ ਬਾਈ ਜੀ ਅਸੀਂ ਓਪਨਲੀ ਤੁਸੀਂ ਨਹੀਂ ਖੜ ਸਕਦੇ, ਹਾਂ। ਤੁਸੀਂ ਆਪਣੇ ਫਾਈਨੈਂਸ਼ੀਅਲੀ ਤੌਰ ਤੇ ਹੈਲਪ ਕਰ ਸਕਦੇ ਹੋ। ਬਿਲਕੁਲ। ਤੁਸੀਂ ਖਾਲਸਾ ਏਡ ਨੂੰ ਜਾਂ ਕੋਈ ਵੀ ਅਲੱਗ-ਅਲੱਗ ਐਨਜੀਓ ਜਾਂ ਆਪਣੇ ਯਾਰਾਂ ਦੋਸਤਾਂ ਨੂੰ ਭੇਜ ਕੇ ਉੱਥੇ ਮਦਦ ਕੀਤੀ ਹੋ ਸਕਦੀ ਹੈ। ਬਿਲਕੁਲ ਕੀਤੀ ਹੈ ਜੀ। ਬਿਲਕੁਲ ਪੰਜਾਬ ਜਿਹੜੇ ਬਾਹਰ ਆਪਾਂ ਬੈਠੇ ਆ ਪੰਜਾਬੀ ਸਰਦਾਰ ਕੋਈ ਵੀ ਹੋਣਾ ਨਾ ਪੰਜਾਬੀ ਜਿਹੜਾ ਪੰਜਾਬ 'ਚ ਨੇ ਹਾਂ। ਤੇ ਉਹ ਕਰਦੇ ਨੇ ਮਦਦ। ਮੈਂ ਦੱਸਿਆ ਨਾ ਪੰਜਾਬ ਨਾ ਸਾਡੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਨਹੀਂ ਹੈ, ਪੰਜਾਬ ਇੱਕ ਇਮੋਸ਼ਨ ਹੈ। ਉਹਦੇ ਤੋਂ ਤੁਸੀਂ ਨਾ ਜ਼ਮੀਨ ਦੇ ਟੁਕੜੇ ਤੋਂ ਅਲੱਗ ਹੋ ਸਕਦੇ ਹੋ, ਇਮੋਸ਼ਨ ਤੋਂ ਨਹੀਂ ਹੋ ਸਕਦੇ ਅਲੱਗ, ਹੈ ਨਾ। ਤੇ ਐਵੇਂ ਇਮੋਸ਼ਨ ਬਣੇ ਰਹਿਣ, ਹਨਾ। ਉਹ ਤੇ ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਮੈਨੇ। ਤੇ ਜੇ ਕੋਈ ਮੇਰੇ ਤੋਂ ਗਲਤੀ ਹੋਈ, ਲਫ਼ਜ਼ ਇੱਧਰ ਉੱਧਰ ਹੋ ਗਏ ਹੋਣ, ਮੈਂ ਮਾਫੀ ਮੰਗਦਾ, ਵਿਊਜ਼ ਤੋਂ ਹੀ ਮਾਫੀ ਮੰਗਦਾ, ਕਿਉਂਕਿ ਮੈਂ ਥੋੜਾ ਠੇਠ ਪੰਜਾਬੀ 'ਚ ਚਲੇ ਜਾਂਦਾ ਆ। ਨਹੀਂ ਠੀਕ ਹੈ। ਆਈ ਥਿੰਕ ਮੇਰੇ ਕੋਲੋਂ ਵੀ ਹੋ ਸਕਦਾ ਕੁਝ ਗਲਤੀ ਹੋ ਗਈ ਹੋਵੇ, ਤੇ ਤੁਹਾਡੇ ਤੋਂ ਵੀ ਔਰ ਤੁਹਾਡੇ ਵਿਊਅਰਸ ਤੋਂ ਵੀ ਮੈਂ ਮਾਫੀ ਮੰਗਦਾ ਇਨ ਕੇਸ ਇਸ ਤਰ੍ਹਾਂ ਕੁਝ ਹੋਇਆ ਹੋਵੇ। ਬਟ ਹਾਂ, ਇਹ ਕੈਜੂਅਲ ਟਾਕ ਸੀਗੀ ਔਰ ਕੈਜੂਅਲ ਗੱਲਾਂ ਜੋ ਕੈਜੂਅਲੀ ਰੱਖਿਆ ਜਾਵੇ ਇਹਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।